बिस्मिल्लाहिर्रहमानिर्रहीम अस्सलाम वालेकुम नाज़रीन, मैं तुहाडा मेज़बान जबल खान ते तुसीं वेखदे पे हो प्रोग्राम पब्लिक आई लाहौर सेंटर तो। जी बिल्कुल जिंदा दलाने लाहौर दा प्रोग्राम अवामी मसाइल अवामी अंदाज दे विच। नाज़रीन कराम, दुनिया दे विच राइज निज़ाम नूं, हुकूमत दे निज़ाम नूं जमहूरीयत कहा जाता है। दुनिया के बेशतर मुमालिक दे विच जिथे जमहूरीयत का निज़ाम राइज है, उत्थे ही बाज़ मुल्कां दे विच आमरीयत है, बाज़ मुल्कां दे विच बादशाहत है। पाकिस्तान का जिहड़ा जमहूरी निज़ाम है वो पार्लीमान के तहत चलता है। ਇਹਦੇ ਵਿੱਚ ਇਲੈਕਸ਼ਨ ਵੀ ਹੁੰਦੇ ਨੇ, ਬਲਦਿਆਤੀ ਇੰਤਖਾਬਾਤ ਵੀ ਹੁੰਦੇ ਨੇ ਔਰ ਪਲੱਸ ਕੰਟੋਨਮੈਂਟ ਬੋਰਡ ਦੇ ਜਿਹੜੇ ਇੰਤਖਾਬਾਤ ਨੇ ਉਹ ਹੁੰਦੇ ਨੇ। ਮੈਂ ਇਸ ਵਕਤ ਮੌਜੂਦ ਹੈਗਾ ਵਾ ਲਾਹੌਰ ਦਾ ਇੱਕ ਕੰਟੋਨਮੈਂਟ ਬੋਰਡ ਦਾ ਇਲਾਕਾ ਹੈ, ਵਾਰਡ ਨੰਬਰ 4 ਦੇ ਵਿੱਚ ਅਸੀਂ ਮੌਜੂਦ ਹੈਗੇ। ਇੱਥੇ ਵੀ ਇਲੈਕਸ਼ਨ ਦੀ ਜਿਹੜੀਆਂ ਤਿਆਰੀਆਂ ਨੇ ਉਹ ਬੜੇ ਜ਼ੋਰੋ ਸ਼ੋਰ ਦੇ ਨਾਲ ਜਾਰੀਆਂ ਨੇ। ਬੇਸ਼ੁਮਾਰ ਜਿਹੜੇ ਕੈਂਡੀਡੇਟਸ ਨੇ ਉਹ ਮੈਦਾਨ ਦੇ ਵਿੱਚ ਹੈਗੇ ਨੇ। ਕੋਈ ਆਪਣੀ ਖਿਦਮਾਤ ਗਿਣਾ ਰਿਹਾ ਹੈ, ਕੋਈ ਆਪਣਾ ਮਨਸ਼ੂਰ ਪੇਸ਼ ਕਰ ਰਿਹਾ ਹੈ ਔਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਸਾਇਲ ਹੈਗੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਆਪਣੀ ਕੰਪੇਨ ਜਿਹੜੀ ਹੈ ਉਹ ਕਰ ਰਹੇ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੁxtਲਿਫ ਕੈਂਡੀਡੇਟਸ ਕੋਲ ਜਾਵਾਂਗੇ। ਵਾਰਡ ਨੰਬਰ 4 'ਚ ਮੈਂ ਮੌਜੂਦ ਹੈਗਾ ਵਾਂ। ਇੱਥੇ ਅਗਰ ਮੈਂ ਦੱਸਾਂ ਕਿ ਬੇਸ਼ੁਮਾਰ ਕੈਂਡੀਡੇਟ ਜਿਹੜੇ ਨੇ ਉਹ ਮੌਜੂਦ ਨੇ, ਜਿਹਦੇ ਵਿੱਚ ਆਜ਼ਾਦ ਉਮੀਦਵਾਰ ਜਿਹੜਾ ਕਿ ਸਾਬਕਾ ਕੌਂਸਲਰ ਵੀ ਰਹਿ ਚੁੱਕੇ ਨੇ ਫੈਸਲ ਆਵਾਨ, ਉਹ ਮੈਦਾਨੇ ਅਮਲ 'ਚ ਹੈਗੇ ਨੇ। ਇਹ ਪਹਿਲੇ PTI ਦੀ ਸੀਟ ਤੋਂ ਜਿੱਤੇ ਸਨ, बाद ਇਹਨਾਂ ਨੇ ਨੂਨ ਲੀਗ 'ਚ ਸ਼ਮੂਲੀਅਤ ਇਖਤਿਆਰ ਕੀਤੀ, ਲੇਕਿਨ ਇਸ ਮਿਸਾਲ ਇਹਲੇ ਇਲਾਕਾ ਦੇ ਪੁਰਜ਼ੋਰ ਇਸਰਾਰ ਦੇ ਉੱਤੇ ਫਿਰ ਇਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਲੋਤੇ ਨੇ। ਇਹਦੇ ਨਾਲ ਅਗਰ ਤਹਿਰੀਕ ਇਨਸਾਫ ਜਿਹੜੀ ਹਕੂਮਤੀ ਜਮਾਤ ਹੈ ਉਹ ਖਲੋਤੀ ਹੈ ਤੇ ਉਹਦੇ ਵਿੱਚ ਰਾਜਾ ਸ਼ਹਿਜ਼ਾਦ PTI ਦੇ ਉਮੀਦਵਾਰ ਨੇ। ਨੂਨ ਲੀਗ ਜਿਹੜੀ ਕਿ ਪਿਛਲੀ ਹਕੂਮਤ ਦੇ ਵਿੱਚ ਹੈਗੀ ਸੀ ਉਹਨਾਂ ਦਾ ਉਮੀਦਵਾਰ ਰਾਣਾ ਆਸਫ ਹੈ ਔਰ ਇਹਦੇ ਨਾਲ ਬੇਸ਼ੁਮਾਰ ਉਮੀਦਵਾਰ ਖਾਲਿਦ ਸਦੀਕੀ ਜਮਾਤ ਇਸਲਾਮੀ ਦੀ ਨੁਮਾਇੰਦਗੀ ਕਰਦੇ ਨੇ। ਅਸੀਂ ਮੁxtਲਿਫ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਕੋਲ ਜਾਵਾਂਗੇ, ਉਹਨਾਂ ਦੇ ਨਾਲ ਗੱਪਸ਼ਪ ਕਰਾਂਗੇ। ਅਸੀਂ ਅਹਿਲੇ ਇਲਾਕਾ ਦੇ ਨਾਲ ਵੀ ਗੁਫ਼ਤਗੂ ਕਰਾਂਗੇ। ਨਾਲ ਇਹਨਾਂ ਨੇ ਨਾਲ ਕੁਝ ਖੱਟੇ ਮਿੱਠੇ ਜਿਹੜੇ ਸਵਾਲਾਤ ਹੈਗੇ ਨੇ, ਕੁਝ ਚੁਲਬੁਲੇ ਅੰਦਾਜ਼ ਦੇ ਵਿੱਚ ਉਹ ਵੀ ਕਰਾਂਗੇ। ਇਹਨਾਂ ਨੂੰ ਪੁੱਛਾਂਗੇ ਕਿ ਉਹ ਇਸ ਹਵਾਲੇ ਨਾਲ ਕੀ ਕਹਿਣਾ ਚਾਹੁੰਦੇ ਨੇ। ਮੌਜੂਦ ਹੈਗੇ ਅਸੀਂ ਲਾਹੌਰ ਕੰਟੋਨਮੈਂਟ ਬੋਰਡ ਦਾ ਅਵਾਰਡ ਹੈ, ਵਾਰਡ ਨੰਬਰ 4 ਔਰ ਇਸ ਇਲਾਕੇ ਦੀ ਜਿਹੜੇ ਉਮੀਦਵਾਰ ਨੇ ਸਾਬਕਾ ਕੌਂਸਲਰ ਵੀ ਨੇ। ਇਹਨਾਂ ਕੋਲ ਪਹਿਲੇ ਇਸ ਲਈ ਜਾਵਾਂਗੇ ਕਿ ਇਹਨਾਂ ਕੋਲ ਪੁੱਛਾਂਗੇ ਕਿ ਇਹ ਪਿਛਲੇ ਦੌਰੇ ਹਕੂਮਤ ਦੇ ਵਿੱਚ ਇਹਨਾਂ ਕੋਲ ਇਹ ਬਲਦਿਆਤੀ ਉਮੀਦਵਾਰ ਸਨ ਇਸ ਹਲਕੇ ਤੋਂ, ਇਹਨਾਂ ਨੇ ਕੀ ਖਿਦਮਾਤ ਕੀਤੀਆਂ ਨੇ ਔਰ ਆਇੰਦਾ ਇਹਨਾਂ ਦਾ ਲਾਏ ਅਮਲ ਜਿਹੜਾ ਮੁਸਤਕਬਲ ਦਾ ਹੈ ਉਹ ਕੀ ਹੋਏਗਾ। बहुत शुक्रिया। अस्सलाम वालेकुम फैसल की हाल चाल जे? शुक्र अल्लाह ताला। पिछले 5 सालों ਦੇ ਵਿੱਚ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਕੀ ਤੁਹਾਡੀ ਕਾਰਗਰਦਗੀ ਸੀ, ਕੀ ਤੁਹਾਡੀ ਪਰਫਾਰਮੈਂਸ ਸੀ, ਕੀ ਤੁਸੀਂ ਕੀਤਾ ਹੈ। ਖਾਨ ਸਾਹਿਬ 20 ਸਾਲ ਪਹਿਲੇ ਬਾਅਦ ਇੱਥੇ ਇਲੈਕਸ਼ਨ ਹੋਇਆ ਹੈ। ਇਹਦੀ ਵਾਰਡ ਦੀ ਬੜੀ ਹਾਲਤ ਖਰਾਬ ਸੀ। ਅੱਛਾ, ਯਾਨੀ ਪਿਛਲੇ ਜਿਹੜੇ ਤੁਸੀਂ ਜਿੱਤੇ ਸੀ ਉਹ 20 ਸਾਲ ਬਾਅਦ ਹੋਏ ਸੀ? ਯਾਨੀ ਕਿ 20 ਸਾਲ ਬਾਅਦ ਹੋਏ ਸੀ। 2015 'ਚ ਇਲੈਕਸ਼ਨ ਹੋਏ ਨੇ ਤੇ ਇੱਥੇ ਜਨਾਬ ਕੋਈ ਲਾਈਟ ਰੋਡ ਮੇਨ ਰੋਡ ਤੇ ਕੋਈ ਲਾਈਟ ਨਹੀਂ ਸੀ। ਜਿਹੜੀ ਅਸੀਂ ਇਹ ਸੋਡੀਅਮ ਲਾਈਟ ਲਾਈ ਹੈ ਟੋਟਲ, ਤੁਸੀਂ ਇਹ ਰੋਡ ਚੈੱਕ ਕਰ ਸਕਦੇ ਹੋ ਇਸ ਫਾਟਕ ਤੋਂ ਉਸ ਫਾਟਕ ਤੱਕ। ਸੀਵਰੇਜ ਦਾ ਨਿਜ਼ਾਮ ਬੜਾ ਗਲਤ ਸੀ, ਉਹ ਸੀਵਰੇਜ ਦਾ ਨਿਜ਼ਾਮ ਕੀਤਾ ਹੈ। PCC ਹੈਗੀਆਂ, ਫਿਲਟਰ ਪਲਾਂਟ ਲਗਾਏ ਗਏ ਨੇ। ਫੈਸਲ ਇਹ ਤੇ ਚਲੋ ਉਹ ਮਸਲੇ ਨੇ ਜਿਹੜੇ ਆਵਾਮ ਦੇ ਨਾਲ ਬਰਾਏ ਰਾਸਤ ਜੁੜੇ ਹੋਏ ਨੇ ਨਾ। ਇਸ ਇਲਾਕੇ ਦਾ ਔਰ ਖੁਸੂਸਨ ਕੰਟੋਨਮੈਂਟ ਬੋਰਡ ਦੇ ਇਲਾਕੇ ਦਾ ਇੱਕ ਮਸਲਾ ਜਿਹੜਾ ਕਿ ਹਮਾਯੂ ਅਖਤਰ ਖਾਨ ਸਾਹਿਬ ਦੇ ਦੌਰ ਦੇ ਵਿੱਚ ਟੈਕਸ ਦਾ ਜਿਹੜਾ ਕੀਤਾ ਗਿਆ ਸੀ, 5 ਮਰਲੇ ਦਾ ਉੱਤੇ ਟੈਕਸ ਨਹੀਂ ਹੋਏਗਾ, ਫਿਰ ਉਹ दोबारा खत्म कर दिता गया और हुण फिर वो पॉलिसी इख्तियार कर ली। ਇਹਦੇ हवाले नाल ताड़ी की गलबात हुई? जो 5 मरले का टैक्स वो अभी भी फ्री है, लेकिन उन पे टैक्स है जो कमर्शियल हैं। अच्छा, कमर्शियल घर है ना, जिन्होंने शॉप दी हुई है रेंट, उनके लिए है 5 मरले पे, वरना उसके 5 मरले पे सिर्फ सीवरेज का और वाटर सप्लाई का टैक्स आता है। हाँ जी। अच्छा, आने वाले दिनों ਦੇ ਵਿੱਚ ਇਹ ਤਾਂ ਤੁਹਾਡੀ ਖਿਦਮਤ ਹੋ ਗਈਆਂ ਕਿ ਤੁਸੀਂ ਮਾਸ਼ਾਅੱਲਾ ਸੀਵਰੇਜ ਦਾ ਨਿਜ਼ਾਮ ਦੁਰਸਤ ਕੀਤਾ, ਜਿਹੜੀਆਂ ਸੜਕਾਂ ਆਈਆਂ ਸੀ ਜਾਂ ਗਲੀਆਂ ਸੀ ਉਹਨਾਂ ਦਾ ਬਿਹਤਰ ਕੀਤਾ, ਰੋਡ ਸਟਰਕਚਰ ਬਣਾਇਆ, ਵਾਟਰ ਫਿਲਟਰੇਸ਼ਨ ਵਗੈਰਾ ਵਾਸਤੇ ਵੀ ਸਾਰਾ ਨਿਜ਼ਾਮ ਕੀਤਾ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਕੀ ਲਾਇਆ ਮਲੇ, ਆਵਾਮ ਦੀ ਖਿਦਮਤ ਕਿਵੇਂ ਕਰੋਗੇ? हाँ साहब, अगर इंशाल्लाह इस दफ़ा अल्लाह ताला ने दोबारा इज़्ज़त दी तो इधर पानी की बहुत प्रॉब्लम है। अच्छा, बहुत ज़्यादा है। सुई गैस का मसला है, इधर ट्यूबवेल लगने चाहिए, सुई गैस का मसला है, सीवरेज का निज़ाम है। अगर अल्लाह ताला ने मौका इस दफ़ा दिया तो ये सारे गिले शिकवे जो है लोग गिला करते हैं, कहते हैं फैसल को जाते हैं, फैसल बुआ नहीं खोलता, अंदर बैठा रहता है, छुप जाता है। सच कहते हैं झूठ कहते हैं? ये हो ही नहीं सकता खान जी, सही कहते हैं, ये हो ही नहीं सकता। अगर ये बात होती तो ये लोग इतना प्यार ना देते। अच्छा, लोगों का रिस्पॉन्स कीएगा की कहते हैं? ये तो आपके सामने है खान जी, आपको हर चीज़ का पता होता है। मेरे तो सारा कुछ पा रहे हैं क्योंकि मैं इस इलाके का और इस हल्के का वोटर भी है। फैसल ਇਹ ਦੱਸੋ ਕਿ ਇੰਤਖਾਬਾਤ ਹੋ ਰਹੇ ਨੇ, ਦੂਸਰੇ ਉਮੀਦਵਾਰ ਵੀ ਤੁਹਾਡੇ ਨਾਲ ਹੈਗੇ ਨੇ, ਰਾਜਾ ਸ਼ਹਿਜ਼ਾਦ ਹੈਗਾ PTI ਦਾ, ਨੂਨ ਲੀਗ ਹੈਗਾ। ਨੂਨ ਲੀਗ 'ਚ ਤੁਸੀਂ ਹੈਗੇ ਸੀ, टिकट नहीं मिली, एहतजाजन इस पासे आए हो कि पब्लिक ने? ये पब्लिक लेके आई है। हाँ, ये देखे ना, ये कई दोस्तों ने किया जी, ये नून वालों ने लिखा है जी काम को वोट दे। मैं वो सही कहते हैं ना, जिसने काम किया उसे वोट दे दें। काम किया ना 5 साल हमने, आपने तो वो सही कह रहे हैं ना। फैसल अमान साहब दी गल्लां तुसीं सुनियां और इन्हां दा
ਇਰਾਦਾ ਹੈਗਾ ਇਨਸ਼ਾਅੱਲਾ ਕਿ ਅੱਲਾਹ ਤਾਲਾ ਨੇ ਅਗਰ ਦੁਬਾਰਾ ਇੱਜ਼ਤ ਦਿੱਤੀ ਤੇ ਇਨਸ਼ਾਅੱਲਾ ਫਿਰ ਇਸ ਇਲਾਕੇ ਦੀ ਖਿਦਮਤ ਅਸੀਂ ਕਰਾਂਗੇ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ? ਖਾਨ ਸਾਹਿਬ ਵੋਟ ਕਿਹਨੂੰ ਪਾਓਗੇ? ਫੈਸਲ ਵਾਂਡ ਉਹ ਤੇ ਬੈਠੇ ਉਹਨਾਂ ਦੇ ਕੋਲ ਨਾ। ਬੈਠੀਏ ਭਾਵੇਂ ਨਾ ਬੈਠੀਏ, ਅਸੀਂ ਨੂਨ ਨੂੰ ਕਾਲੀ ਵੋਟ ਪਾਈਏ ਤੇ ਪੀਟੀਏ ਨੂੰ ਕਾਲੀ ਪਾਈਏ। ਜਦੋਂ ਸਾਡੇ ਹਲਕੇ 'ਚ ਕੋਈ ਕੰਮ ਨਹੀਂ ਹੁੰਦਾ, ਨਾ ਸਿਵਰੇਜ ਹੁੰਦਾ, ਜਦੋਂ ਬਾਰਿਸ਼ ਹੁੰਦੀ ਹੈ ਤੇ ਵਿੱਚ ਕਿਸ਼ਤੀਆਂ ਤੈਰਦੀਆਂ ਨੇ। ਲੋਕੀ ਕਹਿੰਦੇ ਨੇ ਯਾਰ ਇੱਥੇ ਉਹ ਪਾਰਟੀ ਦਾ ਨਿਜ਼ਾਮ ਬੜਾ ਸਟਰੋਂਗ ਹੈਗਾ, ਨੂਨ ਲੀਗ ਦਾ ਤੇ ਪੀਟੀਆਈ ਦਾ ਵੋਟ ਹੈਗਾ, ਇਹਨੂੰ ਵੋਟ ਨਹੀਂ ਦੇਣਾ। ਦਰੁਸਤ ਕਹਿੰਦੇ ਨੇ, ਝੂਠ ਕਹਿੰਦੇ ਨੇ? ਇਹ ਤਾਂ ਸਰ ਜੀ 12 ਸਤੰਬਰ ਨੂੰ ਪਤਾ ਲੱਗੇਗਾ ਨਾ ਅੱਛਾ, ਕਿ ਕਿਹਦੇ ਉੱਤੇ ਮੋਹਰ ਲਾਣੀ। ਠੀਕ ਹੋ ਗਿਆ। ਅਸੀਂ ਸੇਬ ਉੱਤੇ ਸਾਰੇ ਨੇ ਲਾਣੀ ਮੋਹਰ। ਸੇਬ ਖਾਓ, ਜਾਨ ਬਣਾਓ। ਅੱਛਾ ਇਹ ਦੱਸੋ ਕਿ ਤੁਸੀਂ ਇਹਦੀ ਖਿਦਮਾਤ ਤੋਂ ਮੁਤਮਈਨ ਹੈਗੇ? ਦੇਖੋ ਜੀ, ਸਭ ਤੋਂ ਪਹਿਲੇ ਤੇ ਸਾਡਾ ਇਹ ਹਮਸਾਇਆ ਹੈ ਔਰ ਸਾਡਾ ਕਰੀਬੀ ਦੋਸਤ ਹੈ, ਪਹਿਲੇ ਵੀ ਸਾਬਕਾ ਰਿਹਾ। ਇਹਦੇ ਹੱਥ 'ਚ ਕੁਝ ਨਹੀਂ ਆਇਆ, ਹੁਕੂਮਤਾਂ ਨੇ ਕੁਝ ਨਹੀਂ ਦਿੱਤਾ। ਪੀਟੀਆਈ ਤੋਂ ਫੰਡ ਦਾ ਰੋਣਾ, ਪੀਟੀਆਈ ਤੋਂ ਨੂਨ ਤੇ ਆਏ, ਉਹਨਾਂ ਕੋਲ ਫੰਡ ਨਹੀਂ। ਪੀਟੀਆਈ ਕੋਲ ਜਾਓ ਕਹਿੰਦੇ ਉਹ ਫੰਡ ਨਹੀਂ ਹੈਗਾ, ਨੂਨ ਕਹਿੰਦੇ ਸਾਡੇ ਕੋਲ ਫੰਡ ਨਹੀਂ ਹੈਗਾ। ਤੇ ਇਸ ਦਫਾ ਅੱਲਾਹ ਤਾਲਾ ਖੈਰ ਕਰੇ, ਇਨਸ਼ਾਅੱਲਾ ਜਿੱਤਾਂਗੇ, ਫਿਰ ਇਹਨੂੰ ਦੱਸਾਂਗੇ ਕਿ ਫੰਡ ਹੈ ਕਿ ਨਹੀਂ ਹੈਗਾ। ਪੀਟੀਆਈ ਵਾਲੇ ਸਾਹਿਬ ਤੇ ਕਹਿੰਦੇ ਨੇ ਕਿ ਅਗਰ ਜਿੱਤ ਵੀ ਜਾਏਗਾ ਤੇ ਕੋਈ ਫਰਕ ਨਹੀਂ ਪੈਂਦਾ, ਫੰਡ ਤੇ ਮੇਰੇ ਕੋਲ ਹੈਗਾ, ਫਿਰ ਕੀ ਕਰੋਗੇ? ਉਹ ਫਿਰ ਸਾਨੂੰ ਜਿਸ ਤਰ੍ਹਾਂ ਇਹ ਇਮਰਾਨ ਖਾਨ ਕੰਟੇਨਰ ਤੇ ਚੜ ਸਕਦੇ ਨੇ, ਅਸੀਂ ਵੀ ਕੰਟੇਨਰ ਤੇ ਚੜ ਜਾਾਂਗੇ। ਅੱਛਾ, ਯਾਨੀ ਇਤਜਾਜ ਦਾ ਬਿਲਕੁਲ ਇਤਜਾਜ ਐਸਾ ਕਰਾਂਗੇ, ਰੇਲਵੇ ਟ੍ਰੇਨ ਬਲਾਕ ਕਰਾਂਗੇ। ਅੱਛਾ ਇਹ ਦੱਸੋ, ਛੋਟਾ ਜਿਹਾ ਤੁਹਾਡੇ ਨਾਲ ਸਵਾਲ ਕਰਾਂਗਾ, ਇਹ ਜ਼ਰਾ ਗੱਪਸ਼ਪ ਦੇ ਅੰਦਾਜ਼ ਦੇ ਵਿੱਚ ਹੈਗਾ, ਇੰਤਖਾਬਾਤ ਤੋਂ ਹਟ ਕੇ ਹੈਗਾ, ਸਾਡੇ ਪ੍ਰੋਗਰਾਮ ਦਾ ਫਾਰਮੈਟ ਵੀ ਹੈਗਾ। ਇਹ ਦੱਸੋ ਕਿ ਇਮਰਾਨ ਖਾਨ ਨੇ ਬੇਵਾ ਦੇ ਬੰਦੇ ਨੂੰ ਨੌਕਰੀ ਨਹੀਂ ਦਿੱਤੀ, ਠੀਕ ਕੀਤਾ ਕਿ ਗਲਤ ਕੀਤਾ? ਕੀਤਾ ਤਾਂ ਉਹਨੇ ਠੀਕ ਨਹੀਂ ਹੈ, ਉਹ ਆਪ ਬੇਵਾ ਨਾਲ ਸ਼ਾਦੀਆਂ ਕਰਦਾ ਫਿਰਦਾ ਹੈ। ਲੋ ਜੀ, ਖਾਨ ਸਾਹਿਬ ਵਾਹਿਦ ਬੰਦੇ ਨੇ ਜਿਹੜੇ ਹਾਜ਼ਰ ਦਿਮਾਗ ਨੇ, ਮਾਸ਼ਾਅੱਲਾ। ਤਸ਼ਰੀਫ ਰੱਖੋ। ਇਹਨਾਂ ਨੇ ਹਾਜ਼ਰ ਦਿਮਾਗੀ ਦੇ ਨਾਲ ਮੇਰਾ ਜਿਹੜਾ ਸਵਾਲ ਹੈ ਉਹਨੂੰ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਬਿਆਨ ਕੀਤਾ। ਬੇਵਾ ਦੇ ਨਾਲ, ਬੇਵਾ ਦਾ ਬੰਦਾ ਹੀ ਨਹੀਂ ਹੁੰਦਾ ਤੇ ਉਹਨੇ ਵਿਚਾਰੇ ਨੇ ਨੌਕਰੀ ਕਿੱਥੋਂ ਲੱਭਣੀ ਹੈਗੀ ਹੈ। ਵਹੀਦ ਸਾਹਿਬ ਸਾਡੇ ਨਾਲ ਬੈਠੇ ਨੇ। ਵਹੀਦ ਸਾਹਿਬ, ਕੀ ਹਾਲ ਚਾਲ ਜੀ? ਠੀਕ ਠਾਕ ਹੋ? ਇਲੈਕਸ਼ਨ ਹੋ ਰਹੇ ਨੇ, ਕੰਪੇਨ ਵੀ ਚੱਲਦੀ ਪਈ ਹੈ, ਅਹਿਲੇ ਇਲਾਕੇ ਦਾ ਕੀ ਰਿਸਪੌਂਸ ਹੈਗਾ? ਅੱਲਾ ਦਾ ਸ਼ੁਕਰ ਹੈ, ਸਾਡਾ ਬੜਾ ਅੱਛਾ ਰਿਸਪੌਂਸ ਹੈ ਅਹਿਲੇ ਇਲਾਕਾ ਦਾ। ਸਾਨੂੰ ਫੈਸਲ ਅਵਾਨ ਦੇ ਪਲੇਟਫਾਰਮ ਤੇ ਬਹੁਤ ਅੱਛੀ ਸਪੋਰਟ ਮਿਲ ਰਹੀ ਹੈ। ਲੋਕੀ ਗਿਲਾ ਕਰਦੇ ਨੇ ਕਿ ਕੁੰਡੀ ਲਾ ਲੈਂਦਾ ਹੈਗਾ, ਬਾਹਰ ਹੀ ਨਹੀਂ ਨਿਕਲਦਾ। ਸਰ ਮਤਲਬ ਅਗਰ ਦੇਖੋ ਮੇਰੀ ਗੱਲ ਸੁਣੋ, ਹੁਣ ਮੁਸਲਿਮ ਲੀਗ ਨੂਨ ਨੇ ਬੜੇ ਕੰਮ ਕੀਤੇ ਨੇ ਪਾਕਿਸਤਾਨ ਦੇ ਵਿੱਚ, ਲੇਕਿਨ ਦੁਨੀਆ ਉਹਨੂੰ ਵੀ ਬੁਰਾ ਕਹਿੰਦੀ ਹੈ, ਕਹਿੰਦੇ ਨੇ ਜੀ ਚੋਰ ਹੈ, ਬਾਹਰ ਚਲੇ ਗਏ ਨੇ। ਵੋਟ ਪਾਉਂਦੇ ਨੇ ਲੋਕੀ ਆਜ਼ਾਦ ਉਮੀਦਵਾਰ ਨੂੰ? ਬਿਲਕੁਲ ਪਾਉਂਦੇ ਨੇ ਜੀ, ਇਹ ਤੁਹਾਨੂੰ 12 ਸਤੰਬਰ ਨੂੰ ਨਜ਼ਰ ਆਏਗਾ ਇਨਸ਼ਾਅੱਲਾ। ਸੇਬ ਚੈਲੰਜ ਹੈਗਾ ਜੀ, ਬਿਲਕੁਲ ਇਨਸ਼ਾਅੱਲਾ ਚੈਲੰਜ ਹੈ ਸਾਡਾ। ਇਹ ਦੱਸੋ, ਛੋਟਾ ਜਿਹਾ ਸਵਾਲ ਤੁਹਾਡੇ ਕੋਲ ਵੀ ਕਰਾਂਗੇ ਜਿਵੇਂ ਖਾਨ ਸਾਹਿਬ ਕੋ ਕਰਿਆ, ਔਰਤ ਦੀ ਉਹ ਕਿਹੜੀ ਚੀਜ਼ ਹੈਗੀ ਹੈ ਜਿਹੜੀ ਮਰਦ ਨਾਲੋਂ ਜ਼ਿਆਦਾ ਲੰਬੀ ਹੁੰਦੀ? ਸਰ ਵਾਲ ਹੀ ਹੁੰਦੇ ਨੇ। ਨਹੀਂ ਕੋਈ ਹੋਰ ਚੀਜ਼ ਸੋਚੋ ਨਾ, ਕੋਈ ਜ਼ੁਬਾਨ ਵੀ ਉਹਨਾਂ ਦੇ ਨਾਲ। ਇਹ ਪਿੱਛੇ ਇਹਨਾਂ ਨੇ ਜੀ ਹੈਲਪ ਕੀਤੀ ਇਹਨਾਂ ਦੀ, ਨਹੀਂ ਤੇ ਇਹ ਜਵਾਬ ਇਹਨਾਂ ਕੋਲੋਂ ਨਹੀਂ ਸੀ ਹੋਣਾ ਕਿ ਇਹ ਔਰਤ ਦੀ ਜ਼ੁਬਾਨ ਜਿਹੜੀ ਉਹ ਮਰਦ ਨਾਲੋਂ ਲੰਬੀ ਹੁੰਦੀ ਹੈਗੀ ਏ। ਪਰ ਹਰ ਵਹੀਦ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬੜਾ ਗਲਤ ਸੀ, ਇਹ ਨਾ ਹੋਵੇ ਕਿ ਸਾਨੂੰ ਤਾਂ ਘਰੋਂ ਜੁੱਤੀਆਂ ਪਵਾ ਦੇ। ਘਰੋਂ ਜੁੱਤੀਆਂ ਪੈਣ ਦੇ ਖਦਸ਼ੇ ਦੇ ਨਾਲ ਭਾਈ ਉਹਨਾਂ ਨੇ ਕਿਹਾ ਕਿ ਜੀ ਮੈਂ ਪਜ਼ਲ ਹੋ ਗਿਆ ਸੀ। ਇਹ ਨਹੀਂ ਆਓ, ਇਹ ਛੋਟੇ ਛੋਟੇ ਸਵਾਲ ਜਵਾਬ ਨੇ। ਇਹ ਜਿਹੜਾ ਕਰੋਨਾ ਦਾ ਮਾਹੌਲ ਦੇ ਵਿੱਚ ਤੁਹਾਡੇ ਜ਼ਿੰਦਾਦਾਰਾਂ ਲਾਹੌਰ ਦੇ ਚਿਹਰਿਆਂ ਤੇ ਖੁਸ਼ੀ ਲਿਆਉਣ ਵਾਸਤੇ ਅਸੀਂ ਕਰਦੇ ਹੈਗੇ ਆ। ਕਈ ਲੋਕਾਂ ਕੋਲੋਂ ਅਸੀਂ ਉਹਨਾਂ ਦੀ ਜ਼ਿੰਦਗੀ ਦੀ ਅਲਿਫ ਬੇ ਸੁਣਦੇ ਆ ਜਿਹੜਾ ਕੋਈ ਨਹੀਂ ਬੋਲ ਸਕਦੇ। ਕਈ ਲੋਕਾਂ ਕੋਲ ਅਸੀਂ ਛੋਟੇ ਛੋਟੇ ਅੰਦਾਜ਼ ਦੇ ਵਿੱਚ ਸਵਾਲ ਕਰਦੇ ਹੈਗੇ ਆ, ਲੇਕਿਨ ਉਹ ਨਹੀਂ ਕਹਿ ਸਕਦੇ। ਪਰ ਕੰਪੇਨ ਦਾ ਇੱਕ ਅੰਦਾਜ਼ ਹੈਗਾ। ਕੁਝ ਲੋਕੀ ਫਲੈਕਸ ਲਾਉਂਦੇ ਨੇ, ਕੁਝ ਲੋਕੀ ਰਿਕਸ਼ਿਆਂ ਦੇ ਉੱਤੇ ਸ਼ੇਰ ਲਈ ਫਿਰਦੇ ਨੇ, ਕੁਝ ਜਿਹੜੇ ਨੇ ਉਹ ਬੱਲੇ ਹੱਥ ਲਈ ਫਿਰਦੇ ਨੇ। ਪਰ ਕੰਪੇਨ ਦਾ ਇਹ ਅੰਦਾਜ਼ ਹੈ ਔਰ ਇਹ ਜ਼ਿੰਦਾਦਾਰਾਂ ਲਾਹੌਰ ਦਾ ਇੱਕ ਖਾਸਾ ਹੈ ਕਿ ਜਦੋਂ ਵੀ ਅਗਰ ਕੌਮੀ ਸਤ੍ਹਾ ਤੇ ਵੀ ਇੰਤਖਾਬਾਤ ਹੋਣ, ਬਲਦਿਆਤੀ ਸਤ੍ਹਾ ਤੇ ਇੰਤਖਾਬਾਤ ਹੋਣ, ਭਾਵੇਂ ਕੰਟੋਨਮੈਂਟ ਬੋਰਡ ਦੇ ਇੰਤਖਾਬਾਤ ਹੋਣ, ਤੇ ਬੜੇ ਜੋਸ਼ੋ ਖਰੋਸ਼ ਦੇ ਨਾਲ ਇਹ ਹਿੱਸਾ ਲੈਂਦੇ ਨੇ। ਔਰ ਨਜ਼ਰ ਆ ਰਿਹਾ ਹੈ ਕਿ ਜਿਸ ਤਰ੍ਹਾਂ ਕੰਪੇਨ ਹੈਗੀ ਹੈ ਔਰ ਜਿਸ ਤਰ੍ਹਾਂ ਫਲੈਕਸਿਸ ਲੱਗੀਆਂ ਹੋਈਆਂ ਨੇ ਔਰ ਜਿਸ ਤਰ੍ਹਾਂ ਇੰਤਜ਼ਾਮਾਤ ਹੋ ਰਹੇ ਨੇ, ਜਿਸ ਤਰ੍ਹਾਂ ਕੰਪੇਨ ਚੱਲਦੀ ਪਈ ਹੈ, ਘਰ ਘਰ ਜਾ ਕੇ ਵੋਟ ਮੰਗੇ ਜਾ ਰਹੇ ਨੇ। ਤੇ ਬਹਰਹਾਲ 12 ਸਤੰਬਰ ਦਾ ਦਿਨ ਇਹ ਸਾਬਤ ਕਰੇਗਾ ਕਿ ਕਿੰਨੇ ਆਵਾਮ ਦੀ ਖਿਦਮਤ ਕੀਤੀ ਹੈ, ਆਵਾਮ ਕਿਹਨੂੰ ਵੋਟ ਦੇਣਾ ਚਾਹੁੰਦੇ ਨੇ ਔਰ ਮੁਸਤਕਬਲ ਵਾਸਤੇ ਉਹ ਕਿਹਨੂੰ ਆਪਣਾ ਜਿਹੜਾ ਉਮੀਦਵਾਰ ਹੈ ਉਹ ਤਸੱਵਰ ਕਰਦੇ ਨੇ। ਨਾਜ਼ਰੀਨ ਇਕਰਾਮ, ਐਸੀ ਸਾਡਾ ਪ੍ਰੋਗਰਾਮ ਪਬਲਿਕ ਆਈ ਲਾਹੌਰ। ਪਹਿਲੀ ਬ੍ਰੇਕ ਦੇ ਵਿੱਚ ਮੈਂ ਤੁਹਾਨੂੰ ਇਸ ਇਲਾਕੇ ਦੇ ਸਾਬਕਾ ਕੌਂਸਲਰ ਇਸ ਲਈ ਤੁਹਾਨੂੰ ਮੁਤਾਰਫ ਕਰਵਾਇਆ ਕਿਉਂਕਿ ਉਹਦੇ ਕੋਲੋਂ 5 ਸਾਲ ਦੀ ਕਾਰਕਰਦਗੀ ਦਾ ਪੁੱਛਪੜੀਤ ਕਰਨੀ ਸੀ। ਅੱਗੇ ਜਾਵਾਂਗੇ ਪੀਟੀਆਈ ਦੇ ਉਮੀਦਵਾਰ ਦੇ ਕੋਲ, ਉਸ ਤੋਂ ਬਾਅਦ ਨੂਨ ਲੀਗ ਦੇ ਉਮੀਦਵਾਰ ਦੇ ਕੋਲ ਔਰ ਦੂਸਰੇ ਉਮੀਦਵਾਰਾਂ ਦੇ ਕੋਲ ਕਿ ਉਹਨਾਂ ਦਾ ਕੀ ਲਾਏ ਮਲੇ, ਉਹਨਾਂ ਦਾ ਕੀ ਮਨਸ਼ੂਰ ਹੈ, ਆਇਆ ਉਹ ਇਲਾਕੇ ਦੀ ਜਿਹੜੀ ਖਿਦਮਤ ਹੈ ਉਹਨਾਂ ਵਾਸਤੇ ਉਹ ਕੀ ਲਾਏ ਅਮਲ ਉਹਨਾਂ ਨੇ ਇਖਤਿਆਰ ਕਰਨਾ ਹੈ। ਲੇਕਿਨ ਵਕਤ ਹੋਇਆ ਚਾਹੁੰਦਾ ਹੈ ਇੱਕ ਛੋਟੇ ਜਿਹੇ ਵਕਫੇ ਦਾ ਸਾਡੇ ਨਾਲ ਰਹਿਣਾ। ਇੱਕ ਵਾਰੀ ਫੇਰ ਤੁਹਾਨੂੰ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦੇ ਆ। ਪ੍ਰੋਗਰਾਮ ਦਾ ਨਾਮ ਹੈ ਪਬਲਿਕ ਆਈ, ਜ਼ਿੰਦਾਦਾਰਾਂ ਲਾਹੌਰ ਦਾ ਪ੍ਰੋਗਰਾਮ ਅਵਾਮੀ ਮਸਾਇਲ ਅਵਾਮੀ ਅੰਦਾਜ਼ 'ਚ ਪੇਸ਼ ਕਰਦੇ ਆ। ਅੱਜ ਅਸੀਂ ਮੌਜੂਦ ਹੈਗੇ ਆ ਲਾਹੌਰ ਦਾ ਕੰਟੋਨਮੈਂਟ ਬੋਰਡ ਦਾ ਹਲਕਾ ਹੈ, ਵਾਰਡ ਨੰਬਰ 4। ਜਿਵੇਂ ਤੁਹਾਨੂੰ ਇਨਫੋਰਮ ਕੀਤਾ ਮੈਂ ਕਿ ਹਰ ਸਾਲ ਬਲਦਿਆਤੀ ਇੰਤਖਾਬਾਤ ਜਿਹੜੇ ਹੁੰਦੇ ਨੇ ਤੇ ਇਮਸਾਲ ਜਿਹੜੇ ਲਾਹੌਰ ਕੰਟੋਨਮੈਂਟ ਬੋਰਡ ਦੇ ਇਲੈਕਸ਼ਨ ਨੇ ਉਹ ਹੋਣ ਜਾ ਰਹੇ ਨੇ ਔਰ ਅਸੀਂ ਅੱਜ ਮੌਜੂਦ ਹੈਗੇ ਆ ਹਲਕਾ ਨੰਬਰ 4 ਦੇ ਵਿੱਚ, ਵਾਰਡ ਨੰਬਰ 4 ਵੀ ਇਹਨੂੰ ਕਿਹਾ ਜਾਂਦਾ ਹੈ।
ਵੀ ਮਜਮੂਈ ਤੌਰ ਤੇ ਵਾਰਡ ਲਾਹੌਰ ਕੰਟੋਨਮੈਂਟ ਬੋਰਡ ਦੇ ਨੇ, ਜਿਹਦੇ ਵਿੱਚ ਮੁxtਲਿਫ ਸਿਆਸੀ ਜਮਾਤਾਂ, ਜਿਹਦੇ ਵਿੱਚ ਹੁਕਮਰਾਨ ਜਮਾਤ ਪਾਕਿਸਤਾਨ ਤਹਿਰੀਕ-ਏ-ਇਨਸਾਫ, मुस्लिम लीग नून, आज़ाद उम्मीदवार, जमात इस्लामी, तहरीक लब्बैक और बेशुमार आज़ाद कैंडिडेट ਜਿਹੜੇ ਨੇ ਉਹ ਇਸ ਇਲੈਕਸ਼ਨ ਦੇ ਵਿੱਚ ਕੰਟੈਸਟ ਕਰਨਗੇ। ਹੁਣ ਅਸੀਂ ਮੌਜੂਦ ਹੈਗੇ ਹਾਂ PTI ਦੇ ਕੈਂਪ ਦੇ ਵਿੱਚ। ਰਾਜਾ ਸ਼ਹਿਜ਼ਾਦ ਸਾਹਿਬ ਹਲਕੇ ਦੀ ਮਾਨੀ ਜਾਨੀ ਸ਼ਖਸੀਅਤ ਨੇ ਔਰ ਇਸ ਦਫਾ ਪਾਰਟੀ ਨੇ ਉਹਨਾਂ ਨੂੰ ਟਿਕਟ ਨਾਲ ਨਵਾਜ਼ਿਆ ਹੈ। ਉਹਨਾਂ ਦਾ ਕੀ ਮਨਸ਼ੂਰ ਹੈਗਾ, ਕਿਸ ਤਰ੍ਹਾਂ ਆਵਾਮ ਦੀ ਖਿਦਮਤ ਕਰਨਗੇ, ਕੀ ਉਹਨਾਂ ਦਾ ਲਾਏ ਅਮਲ ਹੈਗਾ, ਇਹ ਉਹਨਾਂ ਕੋਲੋਂ ਪੁੱਛਦੇ ਹਾਂ। ਰਾਜ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਵੈਲਕਮ ਟੂ ਦ ਸ਼ੋ। ਇਹ ਦੱਸੋ ਆਪਣਾ ਤਾਰਫ ਕਰਵਾਓ ਕਿ ਹਲਕੇ ਦੇ ਕਿਹੜੇ ਇਲਾਕੇ ਤੋਂ ਤੁਸੀਂ ਬਿਲੋਂਗ ਕਰਦੇ ਹੋ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਮੁਸਤਕਬਲ ਦਾ ਕੀ ਲਾਏ ਅਮਲ ਹੈਗਾ, ਕੀ ਤੁਹਾਡਾ ਮਨਸ਼ੂਰ ਹੈਗਾ, ਆਵਾਮ ਦੀ ਖਿਦਮਤ ਕਿਵੇਂ ਕਰੋਗੇ? ਮੇਰਾ ਜਿਹੜਾ ਪੁਰਾਣਾ ਹਲਕਾ ਸੀ ਉਹ ਵਾਰਡ ਨੰਬਰ 5 ਹੈਗਾ ਸੀ ਤੇ ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਮੈਂ ਉੱਥੇ ਬੇਸ਼ੁਮਾਰ ਤਰੱਕੀਆਤੀ ਕੰਮ ਕਰਵਾਏ, ਜਿਹਦੇ ਵਿੱਚ ਸਾਫ਼ ਪਾਣੀ, ਫਿਲਟਰੇਸ਼ਨ ਪਲਾਂਟ, ਟਿਊਬਵੈਲ ਔਰ ਸੀਵਰੇਜ ਦਾ ਨਿਜ਼ਾਮ ਸੀ, ਗਲੀਆਂ ਦੀ PCC ਸੀ। ਅੱਲਾਹ ਤਾਲਾ ਦਾ ਸ਼ੁਕਰ ਹੈ, ਮੇਰਾ ਜ਼ਮੀਰ ਮੁਤਮਿਨ ਹੈਗਾ ਕਿ ਮੈਂ ਆਪਣੇ ਜਿਹੜੀ ਮੇਰੀ ਜਿੱਤ ਸੀ ਮੈਂ ਉਹਦੇ ਨਾਲ ਵਫਾ ਕੀਤੀ ਔਰ ਆਪਣੇ ਇਲਾਕੇ ਦੇ ਤਰੱਕੀਆਤੀ ਕੰਮ ਜਿਹੜੇ ਨੇ ਉਹ ਕਰਵਾਏ। ਰਾਜ ਸਾਹਿਬ ਪਿਛਲੀ ਵਾਰੀ ਤੁਸੀਂ ਹਲਕਾ ਨੰਬਰ 5 ਤੋਂ ਹੈਗੇ ਸੀ, ਇਹ ਵਾਰਡ ਨੰਬਰ 4 ਹੈਗਾ। ਬੇਸ਼ੁਮਾਰ ਬੇਪਨਾਹ ਮਸਾਇਲ ਇੱਥੇ ਹੈ ਨੇ। ਨਾਲੇ ਦਾ ਮਸਲਾ ਹੈਗਾ, ਸੀਵਰੇਜ ਦਾ ਮਸਲਾ ਹੈ, ਪਾਣੀ ਦਾ ਮਸਲਾ, ਲਾਈਟਿੰਗ ਦਾ ਮਸਲਾ, ਸੜਕਾਂ ਦਾ ਮਸਲਾ, ਗਲੀਆਂ ਦਾ ਮਸਲਾ। ਕਿਵੇਂ ਹੱਲ ਕਰੋਗੇ ਜਦ ਕਿ ਫੰਡ ਇੰਤਹਾਈ ਮਹਿਦੂਦ ਹੁੰਦੇ ਨੇ? ਅੱਲਾਹ ਤਾਲਾ ਦਾ ਸ਼ੁਕਰ ਹੈ, ਫੰਡ ਦਾ ਕੋਈ ਮਸਲਾ ਨਹੀਂ ਹੈ। ਅਸਲ ਮਸਲਾ ਇਹ ਸੀ ਕਿ ਇੱਥੇ ਦੇ ਜਿਹੜੇ ਕਿਆਦਤ ਜਿਹੜੀ ਇੱਥੇ ਦੀ ਜਿੱਤੀ ਸੀ ਉਹ ਘਰ ਬੈਠੀ ਰਹੀ, ਬਾਹਰ ਨਿਕਲੀ ਨਹੀਂ। ਜਿਸ ਤਰ੍ਹਾਂ ਮੈਂ 5 ਸਾਲ ਇੱਥੋਂ ਜਿੱਤਿਆ ਸੀ, ਆਪਣੇ ਹਲਕੇ ਤੋਂ ਜਿੱਤਿਆ ਸੀ, ਉਹ ਵੀ ਅਗਰ ਐਸੇ ਹਲਕੇ ਦੇ ਵਿੱਚ ਬਾਹਰ ਨਿਕਲਦਾ, ਅਗਰ ਬਾਹਰ ਕੰਮ ਕਰਦਾ, ਤੇ ਮੇਰਾ ਨਹੀਂ ਖਿਆਲ ਕਿ ਇੰਨੇ ਮਸਾਇਲਾਂ ਦਾ ਮੈਨੂੰ ਸਾਹਮਣਾ ਕਰਨਾ ਪੈਂਦਾ ਜਿਹੜਾ ਮੈਂ ਹੁਣ ਕਰਨਾ ਪੈ ਰਿਹਾ। ਠੀਕ ਹੈ, ਅੱਲਾਹ ਤਾਲਾ। ਕੋਈ ਕੰਮ ਕਰਾਏ ਨੇ? ਜੀ ਮੈਂ ਇੱਥੇ ਕੰਮ ਕਰਵਾਏ ਨੇ। ਇੱਥੇ ਗਲੀਆਂ PCC ਫਤਿਆਬਾਦ ਤੋਂ ਲੈ ਕੇ ਫਤਿਆਬਾਦ ਬੇਰੀ ਹੱਥ ਤੋਂ ਲੈ ਕੇ ਖਾਨ ਕਲੋਨੀ ਹੁਸੈਨਾਬਾਦ ਦੀ ਗਲੀ ਨੰਬਰ 3 ਤੱਕ ਜਿਹੜਾ ਨਾ ਉਹ ਕੋਈ ਮਸਲਾ ਨਹੀਂ ਹੈਗਾ। ਤਰੱਕੀਆਤੀ ਮਨਸੂਬੇ ਤੇ ਤੁਸੀਂ ਇੰਤਖਾਬਾਤ ਦੇ ਦੌਰਾਨ ਨਹੀਂ ਕਰ ਸਕਦੇ? ਇੰਤਖਾਬਾਤ ਤੋਂ ਪਹਿਲੇ ਦੀ ਗੱਲ ਕਰ ਰਹੇ ਹਾਂ। ਇੰਤਖਾਬਾਤ ਤੋਂ ਪਹਿਲੇ ਤੱਕ ਜਿਹੜਾ ਅਸੀਂ ਗਲੀ ਨੰਬਰ 3 ਤੱਕ ਜਿਹੜਾ ਸਾਰੀਆਂ ਜਿੰਨੀਆਂ ਗਲੀਆਂ ਬਣੀਆਂ ਸੀ ਅਸੀਂ तमाम ਗਲੀਆਂ ਬਣਵਾਤੀਆਂ। ਉਹਦੇ ਵਿੱਚ ਮੇਰੀ ਟੀਮ, ਮੇਰੇ ਦੋਸਤ ਜਿਹੜੇ ਨਾਲ ਸਾਥੀ ਸ਼ਾਮਲ ਹੈਗੇ ਸੀ। ਅਸੀਂ ਇਹਦੇ ਵਿੱਚ ਸੂਈ ਗੈਸ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਵਾਏ ਨੇ। ਜਿੱਥੇ ਪਾਣੀ ਦਾ ਮਸਲਾ, ਇੱਥੇ ਇੱਕ ਟਿਊਬਵੈਲ ਔਰ ਇੱਕ ਟੈਂਕੀ ਇੱਕ ਲੱਗ ਗਿਆ, ਵੱਡਾ ਮਸਲਾ ਹੈ ਜਿਹੜਾ ਬਹੁਤ ਵੱਡਾ ਮਸਲਾ ਇੱਥੇ ਦਾ ਪਾਣੀ ਦਾ। ਠੀਕ ਹੈ, ਉਹ ਅਲੀਮ ਖਾਨ ਸਾਹਿਬ ਦੇ ਫੰਡ ਤੋਂ ਫੰਡ ਐਲੋਕੇਟ ਹੋ ਗਏ ਨੇ, ਉਹ ਵੀ ਬਹੁਤ ਜਲਦੀ ਹੀ ਇਹਦੇ ਟੈਂਡਰ ਲੱਗ ਜਾਣਗੇ ਔਰ ਇਨਸ਼ਾਅੱਲਾ ਉਹ ਵੀ ਲੱਗ ਜਾਏਗਾ। ਰਾਜ ਸਾਹਿਬ ਕਿੰਨਾ ਕੁ ਜ਼ਰੂਰੀ ਸਮਝਦੇ ਹੋ ਬਲਦੀਆਤੀ ਇੰਤਖਾਬਾਤ ਨੂੰ ਆਵਾਮ ਦੀ ਫਲਾਹ ਵਾਸਤੇ, ਆਵਾਮ ਦੀ ਖਿਦਮਤ ਵਾਸਤੇ ਕਿੰਨਾ ਜ਼ਰੂਰੀ ਸਮਝਦੇ ਹੋ? ਦੇਖੋ, ਮੇਰੀ ਬਲਦਿਆਤ ਦਾ ਜਿਹੜਾ ਨੁਮਾਇੰਦਾ ਹੁੰਦਾ ਹੈ ਉਹ ਤੁਹਾਡੇ ਬੁਨਿਆਦੀ ਮਸਾਇਲ ਨੂੰ ਦੇਖਣ ਵਾਸਤੇ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੁੰਦਾ ਉਹ ਤੁਹਾਡਾ ਬਲਦਿਆਤ ਦਾ ਨੁਮਾਇੰਦਾ ਹੁੰਦਾ। ਉਹ ਇੱਕ ਤੁਹਾਡੇ ਘਰ ਦਾ ਫਰਦ ਹੁੰਦਾ। ਠੀਕ ਹੈ, ਜਿਹਨੂੰ ਇਹ ਪਤਾ ਹੈਗਾ ਕਿ ਇਸ ਗਲੀ ਦੇ ਵਿੱਚ ਕੀ ਮਸਲਾ ਹੈ, ਇਸ ਮਹੱਲੇ 'ਚ ਕੀ ਮਸਲਾ ਹੈਗਾ, ਇਸ ਇਲਾਕੇ ਦੇ ਵਿੱਚ ਕੀ ਮਸਲਾ ਹੈਗਾ। 12 ਸਤੰਬਰ ਦਾ ਦਿਨ, ਮੁਖਤਸਰ ਇਹ ਦੱਸੋ ਪਬਲਿਕ ਨਾਲ ਕੀ ਅਪੀਲ ਕਰਨਾ ਚਾਹੋਗੇ? 12 ਸਤੰਬਰ ਨੇੜੇ ਆ ਰਹੀ ਹੈ। ਮੈਂ ਪਬਲਿਕ ਦੇ ਅੱਗੇ ਇਹੀ ਅਪੀਲ ਕਰਾਂਗਾ ਕਿ ਤੁਹਾਡੀ ਮਿਹਰਬਾਨੀ ਹੈ, ਜਿਹੜੇ 5 ਸਾਲ ਤੁਸੀਂ ਜ਼ਾਇਆ ਕੀਤੇ ਨੇ ਅੱਗੇ ਉਹ ਜ਼ਾਇਆ ਨਾ ਕਰੋ ਔਰ ਬਾਹਰ ਨਿਕਲੋ, ਵੋਟ ਦਿਓ, ਪਾਕਿਸਤਾਨ ਤਰੀਕੇ ਇਨਸਾਫ ਨੂੰ ਵੋਟ ਦਿਓ, ਮੈਨੂੰ ਵੋਟ ਦਿਓ। ਮੈਂ ਪਾਕਿਸਤਾਨ ਤਰੀਕੇ ਇਨਸਾਫ ਦਾ ਇੱਕ ਵਰਕਰ ਹੈਗਾ ਤੇ ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ ਤੁਹਾਡੇ ਹਲਕੇ ਦੇ ਜਿਹੜੇ ਮਸਾਇਲ ਨੇ ਉਹ ਬਿਹਤਰ ਹੱਲ ਹੋਣਗੇ। ਬਹੁਤ ਸ਼ੁਕਰੀਆ। ਇਲਾਕਾ ਮਾਜਦੀਨ ਬੈਠੇ ਨੇ ਸਾਡੇ ਨਾਲ, ਗੁਫ਼ਤਗੂ ਕਰਨਗੇ। ਗੁਲਨਵਾਜ਼ ਸਾਹਿਬ ਸਿਆਸੀ ਸ਼ਖਸੀਅਤ ਨੇ, ਇੱਥੇ ਇਲਾਕੇ ਦੇ ਰਹਿਣ ਵਾਲੇ ਨੇ, ਉਹਨਾਂ ਨਾਲ ਗੁਫ਼ਤਗੂ ਕਰਾਂਗੇ। ਵੈਲਕਮ ਟੂ ਦ ਸ਼ੋ। ਖਾਨ ਸਾਹਿਬ ਇਹ ਦੱਸੋ ਕਿ ਉਮੀਦਵਾਰ, ਹਰ ਉਮੀਦਵਾਰ ਨੂਨ ਲੀਗ ਦਾ ਹੈਗਾ, ਆਜ਼ਾਦ ਉਮੀਦਵਾਰ ਹੈ, ਖਾਲਿਦ ਸਦੀਕੀ ਸਾਹਿਬ ਨੇ ਜਾਂ ਰਾਜਾ ਸ਼ਹਿਜ਼ਾਦ ਸਾਹਿਬ ਨੇ, ਇਹ ਤੇ 12 ਸਤੰਬਰ ਨੂੰ ਪਤਾ ਚੱਲੇਗਾ ਕਿ ਆਵਾਮ ਕਿਹਦੇ ਤੇ ਇਤਮਾਦ ਕਰਦੇ ਨੇ। ਕੀ ਜ਼ੇਨ ਰੱਖਦੇ ਹੋ? ਆਇਆ ਕੰਟੈਸਟ ਕਿਤਨਾ ਕੁ ਦਿਲਚਸਪ ਹੈਗਾ? ਕੌਣ ਵਿਨਰ ਨਜ਼ਰ ਆ ਰਿਹਾ ਤੁਹਾਨੂੰ? ਬਿਸਮਿल्लाहिर्रहमानिर्रहीम। ਇਹ ਲੋਕ ਬੜੇ ਮਹਿਰੂਮੀ ਦਾ ਸ਼ਿਕਾਰ ਰਹੇ ਨੇ ਇਸ ਵਾਰਡ ਦੇ। ਇਨਸ਼ਾਅੱਲਾਹ ਤਾਲਾ ਉਹ ਐਤਕੀ ਐਸਾ ਫੈਸਲਾ ਕਰਨਗੇ ਕਿ ਜਿਹੜਾ ਉਹਨਾਂ ਦੀ ਮੁਸਤਕਬਲ ਵਾਸਤੇ ਬਹੁਤ ਬਿਹਤਰ ਹੋਏਗਾ ਔਰ ਇਨਸ਼ਾਅੱਲਾਹ ਤਾਲਾ ਇੱਕ ਜ਼ਬਾਨ ਹੋ ਕੇ ਲੋਕਾਂ ਨੇ ਕਿਹਾ ਕਿ ਅਸੀਂ ਇੰਸ਼ਾਅੱਲਾ PTI ਦਾ ਸਾਥ ਦੇਵਾਂਗੇ ਔਰ ਸ਼ਹਿਜ਼ਾਦ ਸਾਹਿਬ ਨੂੰ ਕਾਮਯਾਬ ਕਰਾਵਾਂਗੇ। 3 ਸਾਲ ਦੀ ਜਿਹੜੀ ਕਾਰਕਰਦਗੀ ਖਾਨ ਸਾਹਿਬ ਨੇ ਅਗਲੇ ਦਿਨ ਪੇਸ਼ ਕੀਤੀ ਹੈ ਇਸਲਾਮਾਬਾਦ ਦੇ ਵਿੱਚ, ਆਇਆ ਆਵਾਮ ਉਹਨੂੰ ਵੇਖਣਗੇ ਕਿ ਰਾਜਾ ਸਾਹਿਬ ਦੀ ਖਿਦਮਤ ਨੂੰ ਵੇਖਣਗੇ? ਹਾਂ, ਉਹ ਖਾਨ ਸਾਹਿਬ ਦੀ ਜਿਹੜੀ ਇੰਟਰਨੈਸ਼ਨਲ ਸ਼ਖਸੀਅਤ ਨੇ ਉਹ ਨੈਸ਼ਨਲ ਗੱਲ ਕਰਨਗੇ ਔਰ ਮੁਲਕੀ ਲਾ ਤੇ ਗੱਲ ਕਰਨਗੇ। ਸਾਡਾ ਕੰਮ ਚੂੰਕਿ ਬਲਦਿਆਤ ਦੀ ਬੁਨਿਆਦੀ ਸਤ੍ਹਾ ਤੇ ਬਲਦਿਆਤ ਦਾ ਸਾਡਾ ਜਿਹੜਾ ਕੰਮ ਹੈ ਇਲਾਕੇ ਦੀ ਸੀਵਰੇਜ, ਪਾਣੀ ਔਰ ਗੈਸ, ਇਹਦੇ ਮਸਲੇ ਵਾਸਤੇ बेहतरीन उम्मीदवार साढ़े को PTI ਦਾ ਸ਼ਹਿਜ਼ਾਦ ਸਾਹਿਬ ਨੇ। ਬਹੁਤ ਸ਼ੁਕਰੀਆ। ਇਲਾਕਾ ਮਾਜਦੀਨ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੁਫ਼ਤਗੂ ਦਾ ਸਿਲਸਿਲਾ ਜਾਰੀ ਰੱਖਾਂਗੇ। ਇੱਕ ਬਜ਼ੁਰਗ ਸਾਡੇ ਨਾਲ ਨੇ। अस्सलाम वालेकुम जी अंकल जी। अस्सलाम वालेकुम। ਕੀ ਹਾਲ ਚਾਲ? ठीक ठाक हो? अल्लाह का शुक्र, अल्लाह की रहमत। किन्नू वोट पाओगे? PTI की जो भी बंदा होगा उसको वोट दूंगा। अब मेरा भाई, मेरा दोस्त शहजाद
इसके लिए मेरी जान भी हाजिर ਸਿਆ है। ਹੋਵੇ ਸਫੈਦ ਹੋਵੇ इंशाल्लाह क्या है, सब कुछ ये करेगा हमारे लिए उम्मीद इंशाल्लाह है। इंशाल्लाह ਕਈ ਲੋਕੀ ਕਹਿੰਦੇ ਨੇ ਕਿ ਜੀ ਇਹ ਤੇ ਉਮੀਦ ਰੱਖਦੇ ਹੋ। इंशाल्लाह उम्मीद नहीं आता है। ਬਹੁਤ ਸ਼ੁਕਰੀਆ ਨਾਜ਼ਰੀਨ ਕਰਾਮ ਇਲਾਕਾ ਇਮਾਇਦੀਨ ਜਿਹੜੇ ਨੇ ਉਹ ਇਸ ਪਾਸੇ ਤੁਸੀਂ ਵੇਖਦੇ ਪਏ ਹੋ ਕਿ ਇਸ ਪਾਸੇ ਵੀ ਇਲਾਕਾ ਇਮਾਇਦੀਨ ਇਸ ਪਾਸੇ ਵੀ ਇਲਾਕਾ ਇਮਾਇਦੀਨ ਔਰ ਭਰਪੂਰ ਹਿਮਾਇਤ ਦਾ ਜਿਹੜਾ ਨਾ ਉਹ ਐਲਾਨ ਕਰਦੇ ਪਏ ਨੇ ਇੱਕ ਹੋਰ ਸਾਹਿਬ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੁਫ਼ਤਗੂ ਕਰਾਂਗੇ ਭਾਈ ਜੀ ਕੰਪੇਨ ਤੁਹਾਡੀ ਚੱਲਦੀ ਪਈ ਹੈ ਕੀ ਰਿਸਪੌਂਸ ਹੈਗਾ ਇਹ ਇਲਾਕਾ ਦਾ सर माशाल्लाह बड़ा अच्छा रिस्पांस है क्योंकि रिस्पांस ऑटोमेटिकली होना भी चाहिए। उसकी वजह है कि अलीम खान साहब ने माशाल्लाह जिन्ने कम इस हल्के च कराते हैं ना शायद कि मजीद बहुत मुश्किल है कि कोई भी आज़ाद ਇਹ कैंडिडेट ਆਜ਼ਾਦ ਸਾਦਕ ਹੈਗਾ ਅਲੀਮ ਖਾਨ ਤੋਂ ਥੱਲੇ ਜਿੱਤੇ ਹੈ सर आजाद सादिक बेशक जितया है ਆਇਆ ਵਾਪਸ ਤੁਹਾਡੇ ਕੋਲ ਪੁੱਛ लेकिन ਹਾਲ ਵਾਲ ਪੁੱਛਿਆ ਤੁਹਾਡਾ ਸਰ ਅਸੀਂ ਤੇ ਉਹਨਾਂ ਨੂੰ ਨਹੀਂ ਦੇਖਿਆ ਜਾਂ ਨਾ ਕਦੀ ਦੇਖਿਆ ਹੀ ਨਹੀਂ ਹਲਕੇ ਦੇ ਵਿੱਚ ਉਹ ਜਿੱਤ ਕੇ ਵੀ ਨਜ਼ਰ ਹੀ ਨਹੀਂ ਨਾ ਆਏ। ਦੇਖੋ ਜਦੋਂ ਕੋਈ ਕੈਂਡੀਡੇਟ ਜਿੱਤਦਾ ਚਾਹੇ ਉਹ ਨੂਨ ਲੀਗ ਦਾ ਵੀ ਹੈ ਜਿਸ ਤਰ੍ਹਾਂ ਸਾਡਾ ਫੈਸਲ ਹੈ ਉਹਨੂੰ ਦੇਖ ਲਓ ਤੁਸੀਂ ਉਹ 5 ਸਾਲ ਅਸੀਂ ਉਹਨੂੰ ਪੀਟੀਆਈ ਤੋਂ ਜਿਤਾਇਆ ਸੀ ਉਹ ਤੇ ਅਗਲੇ 2 ਮਹੀਨੇ ਬਾਅਦ ਹੀ ਉਹਨੇ ਕਿਹਾ ਜੀ ਸ਼ਾਇਦ ਅੱਗੇ ਵੀ ਨੂਨ ਲੀਗ ਮੈਂ ਮਜਬੂਰਨ ਚਲਾ ਗਿਆ ਸੀ ਮੈਂ ਫੰਡ ਲੈਣੇ ਸੀ ਮੈਂ ਇਲਾਕੇ ਦੀ ਖਿਦਮਤ ਕਰਨੀ ਸੀ ਸਰ ਫੰਡ ਪਤਾ ਨਹੀਂ ਸ਼ਾਇਦ ਕਿਹੜੇ ਉਹਨੇ ਹਵਾਈ ਫੰਡ ਲੈਣੇ ਸੀ ਸ਼ਾਇਦ ਅੱਛਾ। ਉਹ ਉਹਨੇ ਲੈ ਲਏ ਹੋਣਗੇ ਮੇ ਵੀ ਰਾਜਾ ਸਾਹਿਬ ਨੂੰ ਉਮੀਦ ਹੈ ਫੰਡ ਮਿਲਣ ਦੀ सर राजा साहब ने उम्मीद नहीं है माशाल्लाह राजा साहब और खान साहब ने जिन्हें काम इतने कराते हैं और मजीद जिन्हें फंड राजा साहब ਨੂੰ और उन्होंने टीम ਨੂੰ इंशाल्लाह माशाल्लाह इतने प्रोवाइड ਕੀਤੇ ਨੇ मेरा नहीं ख्याल है कि इंशाल्लाह इथों कोई भी पार्टी पीटीआई 12 सितंबर को कौन जीतेगा? इंशाल्लाह बल्ला और बल्ला ही इंशाल्लाह जीतेगा और राजा साहब ਬਹੁਤ ਬਹੁਤ ਸ਼ੁਕਰੀਆ ਜੀ ਨਾਜ਼ਰੀਨ ਕਰਾਮ ਬੱਲਾ ਕਹਿੰਦੇ ਜਿੱਤੇਗਾ ਜੀ ਬੱਲਾ ਕਿਵੇਂ ਜਿੱਤੇਗਾ ਇਹ ਤੇ 12 ਸਤੰਬਰ ਨੂੰ ਪਤਾ ਚੱਲੇਗਾ ਮੁਕਾਬਲਾ ਇਸ ਹਲਕੇ ਦੇ ਵਿੱਚ ਬਹੁਤ ਸਖਤ ਹੈਗਾ ਪਰ ਇਹ ਤੇ 12 ਸਤੰਬਰ ਨੂੰ ਪਤਾ ਚੱਲੇਗਾ ਕਿ ਆਵਾਮ ਕਿਹਨੂੰ ਆਪਣਾ ਬਲਦਿਆਤੀ ਨੁਮਾਇੰਦਾ ਮੁੰਤਖਬ ਕਰਦੀ ਹੈ। ਹਰ ਉਮੀਦਵਾਰ ਕੋਲ ਅਸੀਂ ਜਾਂਦੇ ਹਾਂ ਉਹਨਾਂ ਕੋਲ ਮਨਸ਼ੂਰ ਪੁੱਛਦੇ ਹਾਂ ਉਹਨਾਂ ਦੀ ਕਾਰਕਰਦਗੀ ਤੁਹਾਡੇ ਅੱਗੇ ਰੱਖਦੇ ਹਾਂ। ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮਸਾਇਲ ਨੇ ਖੁਸੂਸਨ ਬਿਲਖਸੂਸ ਸੀਵਰੇਜ ਦਾ ਜਿਹੜਾ ਨਿਜ਼ਾਮ ਹੈ ਗਲੀਆਂ ਦਾ ਜਿਹੜੀ ਟੂਟ ਫੂਟ ਦੇ ਸ਼ਿਕਾਰ ਨੇ ਸਟਰੀਟ ਲਾਈਟਸ ਦਾ ਜਿਹੜੇ ਮਸਾਇਲ ਨੇ ਬੱਚਿਆਂ ਦੀ ਗਰਾਊਂਡ ਦਾ ਮਸਲਾ ਹੈਗਾ ਹੋਰ ਬੇਸ਼ੁਮਾਰ ਮਸਾਇਲ ਇਹ ਲਾਹੌਰ ਕੰਟੋਨਮੈਂਟ ਬੋਰਡ ਦਾ ਇੱਕ ਅਹਿਮ ਹਲਕਾ ਜਿਹਨੂੰ ਵਾਰਡ ਨੰਬਰ 4 ਕਿਹਾ ਜਾਂਦਾ ਹੈ। 12 ਸਤੰਬਰ ਨੂੰ ਪਤਾ ਚੱਲੇਗਾ ਕਿ ਇਸ ਹਲਕੇ ਤੋਂ ਕਿਹੜਾ ਉਮੀਦਵਾਰ ਜਿਹੜਾ ਹੈ ਉਹ ਵਿਨ ਕਰਦਾ ਹੈ। ਰਾਜਾ ਸ਼ਹਜ਼ਾਦ ਸਾਹਿਬ ਪੀਟੀਆਈ ਦਾ ਉਮੀਦਵਾਰ ਸੀ ਇਹਨਾਂ ਦਾ ਮਨਸ਼ੂਰ ਤੁਹਾਡੇ ਅੱਗੇ ਰੱਖਿਆ ਹੈ ਅੱਗੇ ਜਾਵਾਂਗੇ ਤੇ ਨੂਨ ਲੀਗ ਦਾ ਜਿਹੜਾ ਉਮੀਦਵਾਰ ਹੈ ਰਾਣਾ ਆਸਫ ਉਹਦੇ ਕੋਲ ਵੀ ਪੁੱਛਾਂਗੇ ਕਿ ਆਇਆ ਉਹਨਾਂ ਦੀ ਕੀ ਪਾਲਿਸੀ ਹੈ ਉਹਨਾਂ ਦਾ ਕੀ ਮਨਸ਼ੂਰ ਹੈ ਉਹ ਆਵਾਮ ਦੇ ਅੱਗੇ ਆਪਣਾ ਮਨਸ਼ੂਰ ਰੱਖ ਕੇ ਕੀ ਦਰਖਾਸਤ ਕਰਨਾ ਚਾਹੁੰਦੇ ਨੇ ਲੇਕਿਨ ਵਕਤ ਹੋਇਆ ਜਾਂਦਾ ਇੱਕ ਛੋਟੇ ਜਿਹੇ ਵਕਫੇ ਦਾ। ਇੱਕ ਦਫਾ ਫਿਰ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਆ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਤੁਸੀਂ ਵੇਖਦੇ ਪਏ ਹੋ ਪਬਲਿਕ ਆਈ ਜ਼ਿੰਦਾ ਦੌਰਾਨ ਲਾਹੌਰ ਦਾ ਪ੍ਰੋਗਰਾਮ ਅਵਾਮੀ ਮਸਾਇਲ ਅਵਾਮੀ ਅੰਦਾਜ਼ ਦੇ ਵਿੱਚ ਸਾਡਾ ਅੱਜ ਦਾ ਪ੍ਰੋਗਰਾਮ ਲਾਹੌਰ ਕੰਟੋਨਮੈਂਟ ਬੋਰਡ 'ਚ ਹੋਣ ਵਾਲੇ ਬਲਦਿਆਤੀ ਇੰਤਖਾਬਾਤ ਦੇ ਹਵਾਲੇ ਦੇ ਨਾਲ ਹੈਗਾ ਐਸਕੀ ਅੱਜ ਮੌਜੂਦ ਹੈਗੇ ਆ ਲਾਹੌਰ ਦਾ ਇਹ ਕੰਟੋਨਮੈਂਟ ਬੋਰਡ ਦਾ ਹਲਕਾ ਹੈ ਵਾਰਡ ਨੰਬਰ 4 ਔਰ ਅੱਜ ਪ੍ਰੋਗਰਾਮ ਦੇ ਆਖਰੀ ਤੀਸਰੀ ਬ੍ਰੇਕ ਦੇ ਵਿੱਚ ਸਾਡੇ ਨਾਲ ਗੁਫ਼ਤਗੂ ਤੇ ਸ਼ਰੀਕ ਹੋਣਗੇ ਨੂਨ ਲੀਗ ਦੇ ਉਮੀਦਵਾਰ ਰਾਣਾ ਆਸਫ ਸਾਹਿਬ ਇਲਾਕਾ ਇਮਾਇਦੀਨ ਦੇ ਨਾਲ ਵੀ ਗੁਫ਼ਤਗੂ ਕਰਾਂਗੇ ਇਹਨਾਂ ਦਾ ਮਨਸ਼ੂਰ ਕੀ ਹੈ ਕਿਸ ਤਰ੍ਹਾਂ ਆਵਾਮ ਦੇ ਜਿਹੜੇ ਮਸਾਇਲ ਨੇ ਉਹ ਹੱਲ ਕਰਨਗੇ ਕੀ ਇਹਨਾਂ ਦੀ ਪਲੈਨਿੰਗਸ ਹੈਗੀਆਂ ਨੇ ਕਿੰਨੀ ਉਮੀਦ ਹੈਗੀ ਇਹਨਾਂ ਨੂੰ ਜਿੱਤ ਦੀ। ਰਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੈਲਕਮ ਟੂ ਦਾ ਸ਼ੋਅ। ਇਹ ਦੱਸੋ ਕਿ ਦੂਸਰੀ ਦਫਾ ਤੁਸੀਂ ਇਲੈਕਸ਼ਨ ਦੇ ਵਿੱਚ ਕੰਟੈਸਟ ਕਰਨ ਜਾ ਰਹੇ ਹੋ ਪਿਛਲੀ ਦਫਾ ਵੀ ਤੁਸੀਂ ਖਲੋਤੇ ਸੀ ਉਮੀਦਵਾਰ ਪੀਟੀਆਈ ਦਾ ਸੀ ਜਿੱਤ ਕੇ ਫਿਰ ਨੂਨ ਲੀਗ ਵੱਲ ਆ ਗਿਆ ਬਾਅਦ 'ਚ ਉਹਨੇ ਰੌਲਾ ਪਾ ਲਿਆ ਇਹ ਮੈਨੂੰ ਫੰਡ ਨਹੀਂ ਲੱਭਦੇ ਇਲਾਕੇ ਦੇ ਮਸਾਇਲ ਔਰ ਬੜਾ ਵੱਡਾ ਇਲਾਕਾ ਹੈਗਾ ਪਾਣੀ ਦਾ ਸੀਵਰੇਜ ਦਾ ਸਟਰੀਟ ਲਾਈਟਸ ਦਾ ਗਲੀਆਂ ਦਾ ਬੱਚਿਆਂ ਦੀ ਖੇਡਣ ਦੇ ਗਰਾਊਂਡ ਦਾ ਇਹ ਮਸਾਇਲ ਹੈਗੇ ਨੇ ਮਨਸ਼ੂਰ ਕੀ ਹੈ ਤੁਹਾਡਾ ਸਾਡੇ ਨਾਜ਼ਰੀਨ ਅੱਗੇ ਪੇਸ਼ ਕਰੋ। ਆਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ। ਸਭ ਤੋਂ ਪਹਿਲੇ ਮੈਂ ਜਨਾਬ ਤੁਹਾਡਾ ਸ਼ੁਕਰੀਆ ਅਦਾ ਕਰਨਾ ਵਾ ਕਿ ਤੁਸੀਂ ਟਾਈਮ ਕੱਢ ਕੇ ਤਸ਼ਰੀਫ ਲਿਆਏ। ਦੋਸਤੋ ਕੰਮਾਂ ਦੇ ਹਵਾਲੇ ਦੇ ਨਾਲ ਤੁਸੀਂ ਇਹ ਦੇਖ ਲਓ ਕਿ ਜਦੋਂ ਵੀ ਪਾਕਿਸਤਾਨ ਮੁਸਲਿਮ ਲੀਗ ਦੀ ਹਕੂਮਤ ਆਈ ਹੈ ਮੁਲਕ ਦੇ ਵਿੱਚ ਰਿਕਾਰਡ ਕੰਮ ਹੋਏ ਨੇ। ਮੈਂ ਸਿਰਫ ਆਪਣੇ ਇਲਾਕੇ ਦੇ ਫਿਰ ਤੁਹਾਨੂੰ ਸਿਰਫ ਮੇਨ ਕੰਮ ਦੱਸਣਾ ਚਾਹਨਾ ਵਾ ਕਿ ਪੂਰੇ ਪਾਕਿਸਤਾਨ ਦੇ ਵਿੱਚ ਇੱਕ ਪਹਿਲਾ ਅੰਡਰਪਾਸ ਜਿਹੜਾ ਬਣਿਆ ਹੈ ਉਹ ਮੇਰੇ ਇਲਾਕੇ ਵਾਰਡ ਨੰਬਰ 4 ਹੁਸੈਨਾਬਾਦ ਦੇ ਵਿੱਚ ख्वाजा साद रफीक ਦੀ ਕਿਆਦਤ 'ਚ ਔਰ ਯਾਸਿਨ ਸੋਲ ਦੀ ਕਿਆਦਤ ਦੇ ਵਿੱਚ ਅਸੀਂ ਬਣਾਇਆ। ਉਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਪੀਸੀਸੀ ਦੇ ਬੇਸ਼ੁਮਾਰ ਕੰਮ ਹੋਏ ਨੇ ਟਫ ਟਾਈਲ ਲੱਗੀ ਹੈ ਰੇਲਵੇ ਦੀ ਲਾਈਨ ਦੇ ਨਾਲ ਇੱਕ ਵਸੀ ਐਸੀ ਇੱਕ ਬਾਉਂਡਰੀ ਕਰਾਈ ਹੈ ਜਿਹਦੇ ਨਾਲ ਬਹੁਤ ਸਾਰੇ ਹਾਦਸਾਤ ਉਹ ਵਿੱਚ ਕਮੀ ਆਈ ਹੈ। ਸਰ ਇਹ ਤੇ ਸਾਡੇ ਇਸ ਤੋਂ ਅਸੀਂ ਅਗਰ ਕੰਮ ਗਿਣਾਉਣਾ ਚਾਹੀਏ तो सुबह तो शाम हो जाएगी इंशाअल्लाह ताला लेकिन असी गल करांगे हुण आन तो बाद असी की करना है इंशाअल्लाह ताला। मेरे इलाके दे विच सब तो पहले मेन मसला साफ पानी दा है सर और सूई गैस दी बड़ी प्रॉब्लम्स हैगी ने सीवरेज का निज़ाम बहुत गलत है लोगों का पानी नहीं आता है इंशाअल्लाह ताला अल्लाह की मेहरबानी दे नाल असी ख्वाजा साद रफीक और सरदार अयाज सादब की क्यादत दे विच इस इलाके की पूरी खिदमत करांगे अल्लाह की मेहरबानी। सर्वे किया छोटा जिहा राणा साहब और पब्लिक ये कहती है कि अगर असी ਨੂਨ ਲੀਗ ਨੂੰ ਵੋਟ ਦੇਾਂਗੇ ਤੇ ਚੁੱਕੇ ਇਹ ਇਕਤਦਾਰ 'ਚ ਨਹੀਂ ਹੈਗੇ
ਸਾਡੇ ਇਹਨਾਂ ਨੂੰ ਫੰਡ ਨਹੀਂ ਲੱਭਣਗੇ, ਸਾਡੇ ਮਸਾਇਲ ਹੱਲ ਨਹੀਂ ਹੋਣਗੇ, ਉਹਦੇ ਵਾਸਤੇ ਤੁਹਾਡਾ ਕੀ ਪਲਾਨ ਹੈਗਾ? ਸਰ ਦੋਸਤੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਇਨਸ਼ਾਅੱਲਾ ਤਾਲਾ ਫੰਡਸ ਐਮਪੀ ਐਮਐਨ ਨੂੰ ਲੱਭਦੇ ਨੇ। ਇਹ ਸਿਰਫ ਹੈ ਕੋਈ ਗੱਲ ਨਹੀਂ ਹੈਗੀ ਕਿ ਐਸੇ ਕੰਮ ਨਹੀਂ ਲੱਗਦੇ ਗਏ ਨੇ। ਜੋ ਵੀ ਇਨਸ਼ਾਅੱਲਾ ਤਾਲਾ ਜਿੰਨਾ ਵੀ ਥੋੜਾ ਬਹੁਤ ਲੱਗੇਗਾ ਅਸੀਂ ਆਪਣੇ ਇਲਾਕੇ ਦੀ ਬਿਹਤਰੀ ਵਾਸਤੇ ਉਹ ਇੱਥੇ ਲਿਆਵਾਂਗੇ। ਕੰਟੋਨਮੈਂਟ ਬੋਰਡ ਦੇ ਇਲਾਕੇ ਕੋਲ ਅਸੀਂ ਲੈ ਕੇ ਆਵਾਂਗੇ ਔਰ ਇਨਸ਼ਾਅੱਲਾ ਤਾਲਾ ਇਹ ਤੇ ਇੱਕ ਸਾਰਾ ਇੱਕ ਪੌਦਾ ਹੈਗਾ, ਇਸ ਪੌਦੇ ਨੇ ਇੱਕ ਦਰਖਤ ਬਣਨਾ ਹੈਗਾ। ਇਸ ਦਰਖਤ ਤੋਂ ਬਾਅਦ ਇਨਸ਼ਾਅੱਲਾ ख्वाजा नवाज शरीफ की क्यादत ਦੇ ਵਿੱਚ ਅਸੀਂ ਉਹਦੇ ਫਲ ਅਸੀਂ ਇਸਤੇਮਾਲ ਖਾਵਾਂਗੇ ਅੱਲਾ ਦੀ ਮਿਹਰਬਾਨੀ ਦੇ ਨਾਲ। ਔਰ ਇਹ ਸਾਲ ਜਿਹੜਾ ਸਾਨੂੰ ਲੱਗ ਰਿਹਾ ਨਾ ਇਲੈਕਸ਼ਨ ਦਾ ਸਾਲ ਲੱਗ ਰਿਹਾ ਹੈਗਾ। ਇਸ ਤੋਂ ਆਵਾਮ ਇੰਨੀ ਤੰਗ ਆ ਚੁੱਕੀ ਹੈ। ਤੁਸੀਂ ਕੋਈ ਚੀਜ਼ ਦੁਨੀਆ ਦੀ ਦੇਖ ਲਓ, ਤੁਸੀਂ ਪੂਰੇ ਪਾਕਿਸਤਾਨ ਦੇ ਵਿੱਚ ਖਾਣ ਤੋਂ ਲੈ ਕੇ ਪੀਣ ਤੋਂ ਲੈ ਕੇ ਪੈਟਰੋਲ ਤੋਂ ਲੈ ਕੇ ਮੈਡੀਸਨ ਤੋਂ ਲੈ ਕੇ ਹਾਂਜੀ ਤੁਸੀਂ ਮੈਡੀਸਨ ਤੋਂ ਲੈ ਕੇ ਇੰਨੇ ਕੁ ਲੋਕ ਤੰਗ ਆ ਚੁੱਕੇ ਹੈਗੇ ਨੇ ਕਿ ਹੁਣ ਲੋਕਾਂ ਦੀ ਅਖੀਰ ਹੋ ਗਈ ਹੈ। ਬਸ ਹੁਣ ਤੇ ਬਾਹਰ ਨਿਕਲਣ ਦੀ ਗੱਲ ਰਹਿ ਗਈ ਇਨਸ਼ਾਅੱਲਾ ਤਾਲਾ। ਕਾਰਕਰਦਗੀ ਅਗਲੇ ਦਿਨ ਖਾਨ ਸਾਹਿਬ ਨੇ ਪੇਸ਼ ਕੀਤੀ ਹੈ, ਉਮੀਦ ਰੱਖਦੇ ਹੋ ਕਿ ਇਸ ਵਾਰੀ ਫਿਰ ਆਵਾਮ ਇੱਕ ਵਾਰੀ ਤੁਹਾਨੂੰ ਵੋਟ ਪਾਣਗੇ? ਸਰ ਮੈਂ ਤਾਂ ਜਿਸ ਗਲੀ 'ਚ ਵੀ ਜਾਣਾ ਵਾਂ ਔਰਤਾਂ ਚੋਲੀਆਂ ਚੁੱਕ ਚੁੱਕ ਕੇ ਔਰ ਉਹਦੀ ਤਸਵੀਰ ਤੇ ਜੁੱਤੀਆਂ ਮਾਰ ਮਾਰ ਕੇ ਉਹਨੂੰ ਬਦਵਾਵਾਂ ਦਿੰਦੀ ਹੈ ਕਿ ਯਾਰ ਇਹ ਕੀ ਹੈ। ਇਸ ਤਰ੍ਹਾਂ ਇਹਦੇ ਕੋਲੋਂ ਹੁਣ ਜਾਨ ਕਿਸ ਤਰ੍ਹਾਂ ਛੁੱਟਦੀ ਪਈ ਛੁੱਟੇਗੀ ਸਾਡੀ ਜਿਹੜੀ ਨਸਲ। ਅੱਛਾ ਰਾਣਾ ਸਾਹਿਬ ਇਹ ਦੱਸੋ 12 ਤਰੀਕ ਸਤੰਬਰ ਤਾਰੀਖ ਰੱਖੀ ਗਈ ਹੈ, ਇਲੈਕਸ਼ਨ ਦੀ ਤਾਰੀਖ ਹੈਗੀ ਹੈ। ਅਹਿਲੇ ਇਲਾਕਾ ਨੂੰ ਵਾਰਡ ਨੰਬਰ 4 ਦੇ ਜਿਹੜੇ ਵੋਟਰਸ ਨੇ ਕੀ ਪੈਗਾਮ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ? ਸਰ ਮੈਂ ਕਹਿਣਾ ਚਾਹਾਂਗਾ ਕਿ ਇਹ ਗਰੀਬ ਲੋਕ ਨੇ, ਅਸੀਂ ਗਰੀਬ ਲੋਕ ਹੈਗੇ ਨਾ, ਅਸੀਂ ਦਰਮਿਆਨੇ ਤਬਕੇ ਨਾਲ ਤਾਲੁਕ ਰੱਖਣੇ ਹੈਗੇ ਹਾਂ ਔਰ ਸਾਡੇ ਕੋਲ ਆਪਣੇ ਇhtਜਾਜ ਦਾ ਸਿਰਫ ਇੱਕੋ ਹੀ ਜ਼ਰੀਆ ਹੈ ਔਰ ਉਹ ਵੋਟ ਹੈਗਾ। ਔਰ ਇਨਸ਼ਾਅੱਲਾ ਤਾਲਾ 12 ਸਤੰਬਰ ਨੂੰ ਤੁਸੀਂ ਦੇਖੋਗੇ ਅੱਲਾ ਦੀ ਮਿਹਰਬਾਨੀ ਨਾਲ ਅਸੀਂ ਮੁਖਾਲਫਤ ਦੀ ਜ਼ਮਾਨਤਾਂ ਜ਼ਬਤ ਕਰਵਾ ਦੇਵਾਂਗੇ। ਬਹੁਤ ਬਹੁਤ ਸ਼ੁਕਰੀਆ। ਨਾਜ਼ਰੀਨ ਕਰਾਮ ਤੁਸੀਂ ਗੁਫ਼ਤਗੂ ਸੁਣਦੇ ਪਏ ਸੀ ਰਾਣਾ ਆਸਫ ਕੈਂਡੀਡੇਟ ਨੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ। ਸ਼ੇਰ ਦਾ ਇਹਨਾਂ ਦਾ ਇੰਤਖਾਬੀ ਨਿਸ਼ਾਨ ਹੈਗਾ ਔਰ ਇਹਨਾਂ ਨੇ ਇਹ ਭਰਪੂਰ ਇਸ ਗੱਲ ਦਾ ਅਜ਼ਮ ਕੀਤਾ ਹੈ ਕਿ ਅਸੀਂ ਮੀਆਂ ਨਵਾਜ਼ ਸ਼ਰੀਫ ਮੀਆਂ ਸ਼ਹਿਬਾਜ਼ ਸ਼ਰੀਫ ਦੀ ਜਿਹੜੀ ਤਰੱਕੀ ਦੀ ਪਾਲਿਸੀ ਸੀ ਉਹਦੇ ਤੇ ਅਮਲ ਪੈਰਾ ਹੈਗੇ ਆ। ਬਾਵਜੂਦ ਇਹਦੇ ਕਿ ਇਹਨਾਂ ਦੀ ਹਕੂਮਤ ਨਹੀਂ ਹੈਗੀ, ਲੇਕਿਨ ਆਉਣ ਵਾਲੇ ਵਕਤਾਂ ਦੇ ਵਿੱਚ ਜਿਹੜੇ ਇਸ ਇਲਾਕੇ ਦੇ ਮਸਾਇਲ ਨੇ ਜਿਹਦੇ ਵਿੱਚ ਪਾਣੀ ਸਾਫ਼ ਪਾਣੀ ਦੀ ਫਰਾਹਮੀ ਸਰ ਫਹਿਰਿਸਤ ਹੈ, ਉਹਦੇ ਨਾਲ ਸੀਵਰੇਜ ਦਾ ਮਸਲਾ ਹੈਗਾ, ਬੱਚਿਆਂ ਦੀ ਖੇਡਣ ਦੀ ਗਰਾਊਂਡ ਦਾ ਮਸਲਾ ਹੈਗਾ ਔਰ ਹੋਰ ਮਸਾਇਲ ਨੇ, ਉਹ ਭਰਪੂਰ ਅੰਦਾਜ਼ ਦੇ ਨਾਲ ਸ਼ਹਿਬਾਜ਼ ਸ਼ਰੀਫ ਦੇ ਵਿਜ਼ਨ ਦੇ ਨਾਲ ਉਹ ਸਰ ਤੇ ਉਹ ਜਿਹੜਾ ਮੁਕੰਮਲ ਕਰਨਗੇ। ਸਾਡੇ ਨਾਲ ਇਲਾਕਾ ਇਮਾਇਦੀਨ ਵੀ ਮੌਜੂਦ ਨੇ, ਇਹਨਾਂ ਕੋਲ ਪੁੱਛਾਂਗੇ ਕਿ ਆਇਆ ਇਹਨਾਂ ਦਾ ਕੈਂਡੀਡੇਟ ਜਿਹੜਾ ਹੈ ਉਹਦੀ ਜਿੱਦੀ ਕਿੰਨੀ ਉਮੀਦ ਹੈਗੀ ਹੈ, ਕੀ ਇਹਨਾਂ ਦੀ ਪਾਲਿਸੀ ਹੈਗੀ ਹੈ, ਮਨਸ਼ੂਰ ਇਹਨਾਂ ਦੇ ਨਾਲ ਜਿਹੜੇ ਨੇ ਉਹ ਅਹਿਲੇ ਇਲਾਕਾ ਮੁਤਫਿਕ ਨੇ ਤੇ ਕੀ ਕਹਿਣਾ ਚਾਹੁੰਦੇ ਨੇ। ਚੋਈ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਦੱਸੋ ਕਿ ਜਿਸ ਤਰ੍ਹਾਂ ਰਾਣਾ ਸਾਹਿਬ ਨੇ ਆਪਣਾ ਮਨਸ਼ੂਰ ਪੇਸ਼ ਕੀਤਾ, ਇਲਾਕਾ ਬਹੁਤ ਵੱਡਾ ਹੈਗਾ ਔਰ ਮਸਾਇਲ ਦੀ ਆਮਾਜ਼ਗਾ ਹੈਗਾ, ਜਿਹਦੇ ਕੋਲ ਵੀ ਜਾਓ ਸਾਫ਼ ਪਾਣੀ ਦਾ ਰੋਣਾ ਰੋਂਦਾ ਹੈਗਾ, ਜਿਹਦੇ ਕੋਲ ਵੀ ਜਾਓ ਸੀਵਰੇਜ ਦਾ ਰੋਣਾ ਰੋਂਦਾ ਹੈਗਾ, ਟੁੱਟੀਆਂ ਪੁੱਟੀਆਂ ਗਲੀਆਂ ਔਰ ਸਟਰੀਟ ਲਾਈਟਸ ਦਾ। ਕਹਿੰਦੇ ਨੇ ਪਿਛਲੇ ਕੌਂਸਲਰ ਕੋਲ ਜਾਂਦੇ ਸੀ ਦਰਵਾਜ਼ਾ ਬੰਦ ਕਰਕੇ ਬਹਿ ਜਾਂਦਾ ਸੀ, ਪੁੱਛਦਾ ਹੀ ਨਹੀਂ ਸੀ ਸਾਨੂੰ। ਉਮੀਦ ਰੱਖਦੇ ਹੋ ਕਿ ਰਾਣਾ ਸਾਹਿਬ ਦਾ ਬਿਹੇਵੀਅਰ ਤੁਹਾਡੇ ਨਾਲ ਠੀਕ ਹੋਏਗਾ ਜਿੱਤਣ ਤੋਂ ਬਾਅਦ? इंशाअल्लाह ताला जी पाकिस्तान मुस्लिम लीग की एक रवायत है, ये हमारे एक बेहतरीन कारकुन थे और पार्टी ने इसको एक कारकुन की हैसियत से वोट दिया और इनको टिकट दी है और ये पूरे इलाके की एक मुश्तरका काविशों और मेहनत और सब दोस्तों से मशावरत के बाद इनके हक़ में हमने फ़ैसला किया कि इनको टिकट दी जाए और पार्टी की अपनी रवायत के मुताबिक अपने कारकुनों को नवाजा और इंशाअल्लाह ताला ये पूरी उम्मीद लोगों की उम्मीदों पे पूरा भी उतरेंगे। और आगे भी इन्होंने ख्वाजा साद रफ़ीक साहब का हल्का था जब, फिर उसके बाद एहसन शराफत अपना याद सादक साहब का हल्का आया, उस वक्त भी ये कोऑर्डिनेटर रहे हैं, हम इनके साथी हैं और हमने इनके साथ मिल के इंशाअल्लाह ताला इनकी मेहनत कर रहे हैं और इंशाअल्लाह ताला ये जीतेंगे। ਧਾਂਦਲੀ ਇਹਦਾ ਰੋਣਾ ਰੋਂਦੇ ਨੇ, ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਕਰੋਗੇ? ਮਸਲਨ ਹੁਣ ਤੋਂ ਹੀ ਲੋਕਾਂ ਨੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਹੈ, ਉਹ ਕਹਿੰਦੇ ਨੇ ਜੀ ਧਾਂਦਲੀ ਵਾਸਤੇ ਇਹ ਹੋਏਗਾ। ਇਲੈਕਸ਼ਨ ਕਮਿਸ਼ਨ ਦੇ ਅੱਗੇ ਅਗਲੇ ਦਿਨ ख्वाजा साद रफ़ीक ਸਾਹਿਬ ਨੇ ਇਸ ਹਵਾਲੇ ਦਾ ਪ੍ਰੈਸ ਕਾਨਫਰੰਸ ਕੀਤੀ, ਬੜੀ ਧੂਮਧਾਮ ਦੇ ਨਾਲ ਕੀਤੀ। ਉਹਨਾਂ ਨੇ ਕਿਹਾ ਜੀ ਧਾਂਦਲੀ ਵਾਸਤੇ ਅਸੀਂ ਪੂਰਾ ਪਲਾਨ ਤਿਆਰ ਕੀਤਾ ਹੈ। ਕੀ ਉਮੀਦ ਰੱਖਦੇ ਹੋ 12 ਸਤੰਬਰ ਨੂੰ ਆਪਣੀ ਜਿੱਤ ਦੀ? ਪਹਿਲੀ ਧਾਂਦਲੀ ਤੇ ਇਸ ਪੂਰੇ ਹਲਕੇ ਨੂੰ ਨਜ਼ਰ ਆ ਰਹੀ ਹੈ। ਤੁਸੀਂ ਥੋੜਾ ਜਿਹਾ ਕਰ ਆਪਣਾ ਕੈਮਰਾ ਸਾਡੇ ਨਾਲ ਲਿਜਾਓ। ਇਸ ਟਾਈਮ ਵੀ ਤਰੱਕੀਆਤੀ ਕੰਮ ਹੋ ਰਹੇ ਨੇ, ਜਿਹੜਾ ਕਿ ਇਲੈਕਸ਼ਨ ਕਮਿਸ਼ਨ ਨੇ ਕੰਮ ਬੰਦ ਹੁੰਦੇ ਨੇ, ਠੀਕ ਹੈ, ਔਰ ਗੈਰ ਕਾਨੂੰਨੀ ਹੋ ਰਹੇ ਨੇ। ਔਰ ਸਰ ਰਾਣਾ ਆਸਫ ਸਾਹਿਬ ਸੁੱਤੇ ਨਹੀਂ ਪਏ ਕਿ ਇੱਥੇ ਧਾਂਦਲੀ ਹੋਏਗੀ, ਇਹਨਾਂ ਦੇ ਬਾਜ਼ੂ ਸੁੱਤੇ ਨਹੀਂ ਪਏ। ਅਸੀਂ ਇਨਸ਼ਾਅੱਲਾ ਜਾਗ ਰਹੇ ਹਾਂ ਤੇ ਇਨਸ਼ਾਅੱਲਾ ਤਾਲਾ ਧਾਂਦਲੀ ਕਰਨ ਵਾਲਿਆਂ ਦੀਆਂ ਲੱਤਾਂ ਵੀ ਤੋੜਾਂਗੇ ਤੇ ਉਹਨਾਂ ਦੀਆਂ ਬਾਹਾਂ ਵੀ ਤੋੜਾਂਗੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਦਫਾ ਫਿਰ ਲਾਹੌਰ ਕੰਟੋਨਮੈਂਟ ਬੋਰਡ ਦੇ ਵਿੱਚ ਇਹ ਇੰਤਖਾਬਾਤ ਹੋਣ ਜਾ ਰਹੇ ਨੇ। ਆਵਾਮ ਮੁੰਤਜ਼ਰ ਨੇ ਕਿ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਮੁੰਤਖਬ ਹੋ ਕੇ ਇਹਨਾਂ ਦੇ ਜਿਹੜੇ ਮਸਾਇਲ ਨੇ ਉਹ ਹੱਲ ਕਰਨਗੇ। ਵਾਰਡ ਨੰਬਰ 4 ਦੇ ਵਿੱਚ ਬੜਾ ਸਖਤ ਮੁਕਾਬਲਾ ਹੈਗਾ। ਇੱਥੇ ਸਾਬਕਾ ਕੌਂਸਲਰ ਵੀ ਮੌਜੂਦ ਨੇ, ਆਜ਼ਾਦ ਹੈਸੀਅਤ 'ਚ ਖਲੋਤੇ ਨੇ, PTI ਦਾ ਉਮੀਦਵਾਰ ਵੀ ਹੈ ਔਰ ਨੂਨ ਲੀਗ ਵੀ ਆਪਣਾ ਮਨਸ਼ੂਰ ਲੈ ਕੇ ਮੈਦਾਨ ਅਮਲ ਦੇ ਵਿੱਚ ਹੈ। 12 ਸਤੰਬਰ ਦਾ ਦਿਨ ਇਸ ਗੱਲ ਨੂੰ ਸਾਬਤ ਕਰੇਗਾ
ਕਿ ਕੌਣ ਵਿਨਰ ਹੁੰਦਾ ਹੈ, ਕੌਣ ਕਿਹਦੇ ਉੱਤੇ ਆਵਾਮ ਜਿਹੜਾ ਉਹ ਇਤਮਾਦ ਦਾ ਇਜ਼ਹਾਰ ਕਰਦੀ ਹੈ। ਔਰ 12 ਸਤੰਬਰ ਦਾ ਦਿਨ ਹੀ ਇਹ ਤਾਰੀਖ ਹੈਗੀ ਹੈ ਜਦੋਂ ਆਵਾਮ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਨਗੇ। ਨਾਜ਼ਰੀਨ ਇਕਰਾਮ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪਬਲਿਕ ਆਈ ਲਾਹੌਰ। ਅਸੀਂ ਲਾਹੌਰ ਦੇ ਵਾਰਡ ਨੰਬਰ 4 ਕੰਟੋਨਮੈਂਟ ਬੋਰਡ ਤੇ ਜਿਹੜੇ ਉਮੀਦਵਾਰ ਖਲੋਤੇ ਸਨ ਉਹਨਾਂ ਦੇ ਮਨਸ਼ੂਰ, ਉਹਨਾਂ ਦੀ ਕਾਰਕਰਦਗੀ, ਆਵਾਮ ਦੇ ਮਸਾਇਲ ਕਿਵੇਂ ਹੱਲ ਹੋਣਗੇ, ਇਹਨਾਂ ਨਾਲ ਗੁਫ਼ਤਗੂ ਕੀਤੀ, ਇਲਾਕਾ ਇਮਾਇਦੀਨ ਦੇ ਨਾਲ ਗੁਫ਼ਤਗੂ ਕੀਤੀ ਔਰ ਇਹ ਮਸਾਇਲ ਜਿਹੜੇ ਨੇ ਇਹਨਾਂ ਦੇ ਅੱਗੇ ਰੱਖੇ ਨੇ। ਉਮੀਦ ਹੈ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਵੇਗਾ। ਤੁਹਾਡੇ ਫੀਡਬੈਕ ਤੇ ਆਰਾ ਦੇ ਮੁੰਤਜ਼ਰ ਰਵਾਂਗੇ ਅਸੀਂ। ਅੰਟਿਲ ਨੈਕਸਟ ਆਪਣੇ ਮੇਜ਼ਬਾਨ ਜ਼ਿਮਲ ਖਾਨ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।